ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇੱਥੇ ਸਟਾਰਟ ਕੀਤੀ ਹੋਈ ਹੈ ਰਾਜੇ PYQ ਸੀਰੀਜ਼ ਆਪਣੇ ਆਉਣ ਵਾਲੇ ਪੇਪਰਾਂ ਵਾਸਤੇ ਬਹੁਤ ਵਧੀਆ ਢੰਗ ਦੇ ਨਾਲ। ਤੇ ਅੱਜ ਇਹਦੇ ਵਿੱਚ ਆਪਾਂ ਜਿਹੜਾ ਪੇਪਰ ਕਰਨ ਜਾ ਰਹੇ ਹਾਂ ਰਾਜੇ, ਉਹ ਪੇਪਰ ਹੈਗਾ ਜੀ ਪਟਵਾਰੀ ਮੇਨ ਪੇਪਰ। ਇਸ ਤੋਂ ਪਹਿਲਾਂ ਜਿਹੜਾ ਪਟਵਾਰੀ ਦਾ ਪ੍ਰੀ ਪੇਪਰ ਹੋਇਆ ਸੀ ਮੈਂ ਉਹ ਵੀ ਕਰਵਾਇਆ ਸੀ ਤੁਹਾਨੂੰ। ਤੇ ਅੱਜ ਕਰਾਂਗੇ ਜੀ 15 ਬੈਸਟ MCQ ਮੇਨ ਪੇਪਰ ਦੇ। ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਇੱਕ એનર્ਜੀ ਮਿਲਦੀ ਰਹਿੰਦੀ ਹੈ। ਬਾਕੀ ਨੋਟੀਫਿਕੇਸ਼ਨ ਆਨ ਕਰ ਲਿਆ ਕਰੋ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ। ਤਾਂ ਸਟਾਰਟ ਕਰਦੇ ਹਾਂ ਰਾਜੇ। ਅੱਜ ਦਾ ਪਹਿਲਾ ਕੁਐਸਚਨ ਤੁਸੀਂ ਵੀ ਚੈੱਕ ਕਰਨੀ ਆਪਣੀ ਤਿਆਰੀ ਦਾ ਲੈਵਲ ਵੀ ਤੁਹਾਨੂੰ ਕਿੰਨੇ ਕੁਐਸਚਨ ਆਉਂਦੇ ਸੀ ਕਿੰਨੇ ਨਹੀਂ ਆਉਂਦੇ ਸੀਗੇ। ਤਾਂ ਚਲੋ ਜੀ, ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ। ਪਹਿਲਾ ਕੁਐਸਚਨ ਵਿੱਚ ਕੀ ਕਹਿੰਦਾ ਰਾਜੇ, ਆਪਾਂ ਨੂੰ ਕਹਿੰਦਾ ਜੀ ਦਾ ਮੋਸਟ ਕਹਿੰਦਾ ਫ੍ਰੀਕੁਐਂਟਲੀ ਯੂਜ਼ਡ ਇੰਸਟਰਕਸ਼ਨਸ ਆਫ ਦਾ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ ਫਰੋਮ। ਠੀਕ ਹੈ। ਤਾਂ ਹੁਣ ਇਹਦੇ ਵਿੱਚ ਪ੍ਰੋਬਲਮ ਕੀ ਹੋਈ ਸੀ, ਕਹਿੰਦਾ ਜੀ ਕੰਪਿਊਟਰ ਪ੍ਰੋਗਰਾਮ ਦੇ ਲਗਾਤਾਰ ਵਰਤੋਂ ਵਿੱਚ ਆਉਂਦੇ ਨਿਰਦੇਸ਼ ਕਿੱਥੋਂ ਗ੍ਰਹਿਣ ਹੋ ਸਕਦੇ ਆ। ਬੱਚੇ ਨੇ ਇੱਥੇ ਆਨਸਰ ਲਾ ਕੇ ਆਏ ਸੀ ਕਿ ਰਜਿਸਟਰ। ਨਹੀਂ, ਰਜਿਸਟਰ ਇੱਥੇ ਇੱਕ ਰੋਂਗ ਆਨਸਰ ਬਣਦਾ। ਕਿਉਂ ਬਣਦਾ? ਇੱਥੇ ਗੱਲ ਸਪੀਡ ਦੀ ਨਹੀਂ ਹੋ ਰਹੀ। ਇੱਥੇ ਗੱਲ ਸਪੀਡ ਦੀ ਨਹੀਂ ਹੋ ਰਹੀ। ਜੇ ਉਹ ਪੁੱਛਦਾ ਕਿ ਸਭ ਤੋਂ ਫਾਸਟੈਸਟ ਸਪੀਡ ਕਿਹਦੀ ਹੈ ਤਾਂ ਆਨਸਰ ਆ ਜਾਂਦਾ ਰਜਿਸਟਰ। ਪਰ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਤਾਂ ਕਹਿ ਰਿਹਾ ਕਿਉਂਕਿ ਉਸ ਟਾਈਮ ਤੇ ਘੱਟੋ ਘੱਟ ਨਾ ਕਰਦੇ ਹੋਏ ਮੇਰੇ ਕੋਲ 50-60 ਬੱਚਿਆਂ ਦੇ ਮੈਸੇਜ ਆਏ ਸੀ ਕਿ ਸਰ ਰਜਿਸਟਰ ਕਿਉਂ ਨਹੀਂ ਆਇਆਗਾ। ਤਾਂ ਜਦ ਕਿ ਇਹ ਕੁਐਸਚਨ ਮੈਂ ਕਰਵਾਇਆ ਹੋਇਆ ਸੀ ਚੈਨਲ ਦੇ ਵਿੱਚ, ਪ੍ਰੀ ਪੇਪਰ ਤੋਂ ਵੀ ਪਹਿਲਾਂ ਕਰਵਾਇਆ ਗਿਆ ਸੀਗਾ। ਹੁਣ ਆਪਾਂ ਇਹਨੂੰ ਸਮਝਦੇ ਹਾਂ ਵਿਦ ਦੀ ਹੈਲਪ ਆਫ ਡਾਇਆਗ੍ਰਾਮ ਦੀ ਹੈਲਪ ਨਾਲ ਤੁਹਾਨੂੰ ਸਮਝ ਆਊਗੀ ਰਾਜੇ। ਜੇ ਤੁਸੀਂ ਡਿਟੇਲ ਦੇ ਵਿੱਚ ਥਿਊਰੀ ਕੀਤੀ ਹੋਊਗੀ ਤਾਂ ਤੁਸੀਂ ਕੈਸ਼ੇ ਮੈਮਰੀ ਪੜਿਆ ਹੋਊਗਾ। ਇਹਦਾ ਆਨਸਰ ਕੈਸ਼ੇ ਮੈਮਰੀ ਬਣਦਾ। ਹੁਣ ਕੈਸ਼ੇ ਮੈਮਰੀ ਕੀ ਚੀਜ਼ ਹੁੰਦੀ ਹੈ? ਕੈਸ਼ੇ ਮੈਮਰੀ ਹੁੰਦੀ ਰਾਜੇ ਇੱਕ ਸਮੋਲੈਸਟ ਮੈਮਰੀ ਹੁੰਦੀ ਹੈ ਲੇਕਿਨ ਬੜੀ ਫਾਸਟ ਮੈਮਰੀ ਹੁੰਦੀ ਹੈ, ਜਿਹੜੀ ਕਿ ਪ੍ਰਾਇਮਰੀ ਮੈਮਰੀ ਤੇ CPU ਦੇ ਵਿਚਕਾਰ ਹੁੰਦੀ ਹੈ। ਹੁਣ ਇੱਥੇ CPU ਦੇ ਵਿਚਕਾਰ ਹੁੰਦੀ ਹੈ ਹਨਾ। ਹੁਣ ਕਈ ਬੱਚੇ ਕਹਿਣਗੇ ਸਰ ਜੀ ਜਿਹੜੀ ਪ੍ਰਾਇਮਰੀ ਮੈਮਰੀ ਉਹ ਕਿਹੜੀ ਮੈਮਰੀ ਹੁੰਦੀ ਆ? ਉਹ RAM ਹੁੰਦੀ ਹੈ ਤੇ ROM ਹੁੰਦੀ ਆ। ਬਟ ਆਪਾਂ RAM ਦੀ ਗੱਲ ਕਰਦੇ ਹਾਂ। ROM ਤਾਂ ਇੱਕ ਸਪੈਸ਼ਲ ਪਰਪਸ ਵਾਸਤੇ ਵਰਤੀ ਜਾਂਦੀ ਆ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਹੁਣ ਕਹਿੰਦੇ ਤੁਹਾਡੇ ਦਿਮਾਗ 'ਚ ਵੀ ਇੱਕ ਕੁਐਸਚਨ ਹੋਰ ਅਰਾਈਜ਼ ਹੋਊਗਾ, ਉਹ ਇਹ ਹੋਊਗਾ ਕਿ ਸਰ ਜੀ ਜਿਹੜੀ RAM ਹੁੰਦੀ ਉਹ ਤਾਂ CPU ਦੇ ਵਿੱਚ ਹੁੰਦੀ ਹੈ। ਬਿਲਕੁਲ ਠੀਕ ਹੈ। ਇੱਥੇ ਗੱਲ CPU ਦੀ ਹੋ ਰਹੀ ਹੈ। RAM CPU ਦੇ ਵਿੱਚ ਹੀ ਹੁੰਦੀ ਹੈ, ਕੈਸ਼ੇ ਮੈਮਰੀ ਵੀ CPU ਦੇ ਵਿੱਚ ਹੁੰਦੀ ਹੈ। ਬਟ ਇੱਥੇ CPU ਦਾ ਮਤਲਬ ਕੀ ਹੈ? ਪ੍ਰੋਸੈਸਰ। ਇੱਥੇ CPU ਦਾ ਮਤਲਬ ਕੀ ਹੈ? ਪ੍ਰੋਸੈਸਰ ਹੈ। ਤੁਹਾਨੂੰ ਸਮਝਾਉਣ ਵਾਸਤੇ ਮਤਲਬ ਕੀ ਇਹ ਬਲੌਕ ਡਾਇਆਗ੍ਰਾਮ ਹੈ। ਤਾਂ ਕਹਿੰਦਾ ਜੀ ਜਿਹੜਾ RAM ਹੈ, ਜਿਹੜੇ ਮੇਨ ਮੈਮਰੀ ਹੈ ਤੇ CPU ਹੈ, ਉਹਦੇ ਵਿਚਕਾਰ ਇੱਕ ਛੋਟੀ ਜਿਹੀ ਮੈਮਰੀ ਰੱਖੀ ਗਈ ਹੈ, ਦੈਟ ਇਜ਼ ਕਾਲਡ ਕੈਸ਼ੇ ਮੈਮਰੀ। ਹੁਣ ਇਹ ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ ਮੰਨ ਲਓ ਮੈਂ ਕੋਈ ਵੀ ਫਾਈਲ ਇਨਪੁਟ ਕਰਦਾ, ਸਭ ਤੋਂ ਪਹਿਲਾਂ ਜਾ ਕੇ ਉਹ ਹਾਰਡ ਡਿਸਕ ਤੇ ਸਟੋਰ ਹੁੰਦੀ ਹੈ। ਸਭ ਤੋਂ ਪਹਿਲਾਂ ਜਾ ਕੇ ਕਿੱਥੇ ਸਟੋਰ ਹੁੰਦੀ ਹੈ? ਹਾਰਡ ਡਿਸਕ ਤੇ ਸਟੋਰ ਹੁੰਦੀ ਹੈ। ਕੋਈ ਵੀ ਪਰਮਾਨੈਂਟ ਚੀਜ਼ ਜਿਹੜੀ ਸਟੋਰ ਹੋਊਗੀ ਹਾਰਡ ਡਿਸਕ ਤੇ ਹੋਊਗੀ। ਜਦੋਂ ਮੰਨ ਲਓ ਇਹ ਫਾਈਲ ਮੇਰੀ ਇੱਥੇ ਹਾਰਡ ਡਿਸਕ ਤੇ ਪਈ ਹੈ, ਮੈਂ ਇੱਥੇ ਕਲਿੱਕ ਕਰ ਦੂੰਗਾ ਕਿ ਹੋ ਜੂਗੀ ਓਪਨ ਹੋ ਜੂਗੀ। ਜਦੋਂ ਕੋਈ ਚੀਜ਼ ਓਪਨ ਹੋਊਗੀ ਕਰੰਟਲੀ ਕਿੱਥੇ ਜਾ ਕੇ ਓਪਨ ਹੋਊਗੀ? RAM ਦੇ ਵਿੱਚ ਜਾ ਕੇ ਹੋਊਗੀ। ਕਿੱਥੇ ਓਪਨ ਹੋਊਗੀ? RAM ਦੇ ਵਿੱਚ ਜਾ ਕੇ ਹੋਊਗੀ। ਮੰਨ ਲਓ ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਨੀ ਆ ਜਾਂ ਉਹਨੂੰ ਰੀਡ ਕਰਨਾ ਮੈਂ, ਠੀਕ ਹੈ, ਜਾਂ ਕੁਝ ਹੋਰ ਕੰਮ ਕਰਨਾ, ਤਾਂ ਉਹਦੀ ਜਿਹੜੀ ਪ੍ਰੋਸੈਸਿੰਗ ਕਿੱਥੇ ਹੋਊਗੀ? ਉਹ ਪ੍ਰੋਸੈਸਰ ਕੋਲੇ ਹੋਊਗੀ। ਠੀਕ ਹੈ ਜੀ, ਗੱਲ ਸਮਝ ਆ ਗਈ। ਤਾਂ RAM ਤੋਂ ਜਿਹੜੀ ਫਾਈਲ ਹੈ ਕਿੱਥੇ ਚਲੀ ਜਾਂਦੀ ਆ? ਪ੍ਰੋਸੈਸਰ ਕੋਲੇ। ਕਾਹਦੇ ਵਾਸਤੇ? ਪ੍ਰੋਸੈਸਿੰਗ ਹੋਣ ਵਾਸਤੇ। ਜਦੋਂ ਪ੍ਰੋਸੈਸ ਹੋ ਜੂਗੀ ਤਾਂ ਕਿੱਥੇ ਚਲੀ ਜਾਊਗੀ? ਆਊਟਪੁੱਟ ਕੋਲੇ ਚਲੀ ਜਾਊਗੀ, ਡਿਸਪਲੇ ਕੋਲੇ ਚਲੀ ਜਾਊਗੀ ਆਪਾਂ ਨੂੰ ਦੇਖਣ ਵਾਸਤੇ। ਬਟ ਕਹਿੰਦਾ ਜੀ ਹੁਣ ਮੰਨ ਲਓ ਉਹ ਫਾਈਲ ਜਦੋਂ ਕੰਮ ਕਰ ਰਹੀ ਹੈ, ਜਦੋਂ ਪ੍ਰੋਸੈਸਰ ਕੰਮ ਕਰ ਰਿਹਾ, ਠੀਕ ਹੈ ਜੀ, ਉਹ ਫਾਈਲ ਕਿੱਥੇ ਪਈ ਹੈ? RAM ਦੇ ਵਿੱਚ ਪਈ ਹੈ। ਠੀਕ ਹੈ, RAM ਤੋਂ ਕਿੱਥੇ ਚਲੀ ਗਈ? ਪ੍ਰੋਸੈਸਰ ਕੋਲੇ ਚਲੀ ਗਈ। ਬਟ RAM ਦੇ ਵਿੱਚ ਇੱਕ ਟਾਈਮ ਤੇ ਇੱਕ ਚੀਜ਼ ਹੀ, ਇੱਕ ਪ੍ਰੋਸੈਸ ਹੀ ਚੱਲ ਸਕਦਾ ਹੈ। ਮੰਨ ਲਓ ਨਾਲ ਦੀ ਨਾਲ ਮੈਂ ਕੀ ਚਲਾਤੇ? ਗਾਣੇ ਚਲਾਤੇ। ਉਹ ਗਾਣੇ ਜਦੋਂ ਜਾ ਕੇ ਕਿੱਥੇ ਓਪਨ ਹੋਣਗੇ? RAM ਦੇ ਵਿੱਚ ਹੀ ਹੋਣਗੇ। ਬਟ RAM ਇੱਕ ਟਾਈਮ ਤੇ ਦੋ ਚੀਜ਼ਾਂ ਨਹੀਂ ਰੱਖ ਸਕਦਾ ਹੈਗਾ। ਉਹ ਜਿਹੜੀ ਫਸਟ ਨੰਬਰ ਫਾਈਲ ਪ੍ਰੋਸੈਸ ਹੋ ਰਹੀ ਸੀ ਉਹਨੂੰ ਬਾਹਰ ਕੱਢ ਦੂਗਾ, ਕਿੱਥੇ ਭੇਜ ਦੂਗਾ? ਹਾਰਡ ਡਿਸਕ ਕੋਲੇ ਭੇਜ ਦੂਗਾ। ਤਾਂ ਹੁਣ ਜਿਹੜਾ ਪ੍ਰੋਸੈਸਿੰਗ ਹੋਣ ਵਾਸਤੇ ਕੀ ਚਲਾ ਗਿਆ? MP3 Song ਚਲੇ ਗਏ। ਲੇਕਿਨ ਹੁਣ ਜਦੋਂ Song ਚੱਲ ਰਹੇ ਆ ਤਾਂ ਦੇਖੋ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਟਾਈਮ ਹੁੰਦਾ, ਸਵਿਚ ਇਨ ਤੇ ਸਵਿਚ ਆਊਟ, ਦੋ ਪ੍ਰੋਸੈਸ ਦੇ ਵਿਚਕਾਰ, ਜਿਵੇਂ P1 ਕੀ ਆਪਣਾ ਕੋਈ ਫਾਈਲ ਓਪਨ ਕੀਤੀ ਆਪਾਂ, P2 ਕੀ ਆਪਣਾ ਕੀ ਹੈ? ਆਪਾਂ ਗਾਣੇ ਚਲਾਤੇ। ਇਹਨਾਂ ਦੋਵਾਂ ਦੇ ਵਿਚਕਾਰ ਜਿਹੜੀ ਸਵਿਚ ਇਨ ਤੇ ਸਵਿਚ ਆਊਟ ਦਾ ਜਿਹੜਾ ਟਾਈਮ ਹੁੰਦਾ ਇੰਨਾ ਘੱਟ ਹੁੰਦਾ, ਆਪਾਂ ਨੂੰ ਐਂ ਪ੍ਰਤੀਤ ਹੁੰਦਾ ਵੀ ਦੋਨੇ ਕੰਮ ਇਕੱਠੇ ਹੋ ਰਹੇ ਆ। ਤੁਸੀਂ ਮੰਨ ਲਓ ਅੱਜ ਕੱਲ੍ਹ ਟਾਈਪਿੰਗ ਕਰਦੇ ਹੋਵੋਗੇ ਨਾਲ ਗਾਣੇ ਵੀ ਸੁਣਦੇ ਹੋਵੋਗੇ, ਤਾਂ ਤੁਹਾਨੂੰ ਐਂ ਲੱਗਦਾ ਵੀ ਦੋਨੇ ਕੰਮ ਇਕੱਠੇ ਹੋ ਰਹੇ ਆ, ਲੇਕਿਨ ਬੈਕਐਂਡ ਤੇ ਦੋਨੇ ਕੰਮ ਇਕੱਠੇ ਨਹੀਂ ਹੋ ਰਹੇ ਹੁੰਦੇ। ਤਾਂ ਕਹਿਣ ਦਾ ਮਤਲਬ ਜਦੋਂ ਉਹ ਹੁਣ MP3 Song ਚੱਲ ਪਈ, Song ਹੁਣ ਚੱਲ ਪਈ, ਉਸ ਤੋਂ ਬਾਅਦ ਦੋਨੇ ਕੰਮ ਇਕੱਠੇ ਹੋਣੇ ਆ, ਕੁਝ ਦੇਰ ਵਾਸਤੇ ਪਾਊਜ਼ ਹੋਊਗਾ। ਜੇ ਪਾਊਜ਼ ਹੋਊਗਾ ਮਤਲਬ ਕਿ ਪ੍ਰੋਸੈਸਿੰਗ ਤੋਂ ਬਾਹਰ ਚਲਾ ਜਾਊਗਾ, ਵਾਪਸ ਪ੍ਰੋਸੈਸਰ ਨੂੰ ਫੇਰ ਉਹੀ ਫਾਈਲ ਚਾਹੀਦੀ ਜਿਹੜੀ ਪਹਿਲਾਂ ਪ੍ਰੋਸੈਸ ਹੋ ਰਹੀ ਸੀ। ਤਾਂ ਪ੍ਰੋਸੈਸਰ ਨੂੰ ਵਾਪਸ ਕਿੱਥੇ ਜਾਣਾ ਪੈਂਦਾ? ਫੇਰ ਉੱਥੇ ਹਾਰਡ ਡਿਸਕ ਕੋਲੇ ਜਾਣਾ ਪੈਂਦਾ। ਠੀਕ ਹੈ, ਠੀਕ ਹੈ। ਤਾਂ ਇਹਦੇ ਨਾਲ ਕੀ ਹੋ ਜਾਂਦਾ? ਜਿਹੜਾ ਕੰਪਿਊਟਰ ਦੀ ਜਿਹੜੀ ਸਪੀਡ ਅਪ ਹੁੰਦੀ ਹੈ ਡਾਟਾ ਅਸੈਸ ਕਰਨ ਦੀ, ਡਾਟਾ ਪ੍ਰੋਸੈਸ ਕਰਨ ਦੀ, ਉਹ ਘਟ ਜਾਂਦੀ ਹੈ। ਤਾਂ ਉਹ ਕੀ ਕਰਦੇ ਆ ਜੀ? ਆਪਣੇ RAM, ਠੀਕ ਹੈ ਜੀ, ਮੇਨ ਮੈਮਰੀ ਤੇ ਪ੍ਰੋਸੈਸਰ ਦੇ ਵਿਚਕਾਰ ਇੱਕ ਛੋਟੀ ਜਿਹੀ ਮੈਮਰੀ ਰੱਖ ਦਿੰਦੇ ਆ, ਇਹਨੂੰ ਕਹਿੰਦੇ ਕੈਸ਼ੇ ਮੈਮਰੀ। ਹੁਣ ਕਿਉਂ ਰੱਖਦੇ ਉਹ ਮੈਮਰੀ? ਇੱਕ ਵਾਰੀ ਮੈਂ ਤੁਹਾਨੂੰ ਅਰੇਜ਼ ਕਰ ਲਵਾਂ। ਉਹ ਮੈਮਰੀ ਤਾਂ ਰੱਖਦੇ ਆ, ਮੰਨ ਲਓ ਜਦੋਂ ਵੀ ਮੈਂ ਕੋਈ ਫਾਈਲ ਓਪਨ ਕਰੂੰਗਾ ਉਹ ਕਿੱਥੇ ਓਪਨ ਹੋਊਗੀ? RAM ਦੇ ਵਿੱਚ ਹੋਊਗੀ। ਬਟ ਜਦੋਂ RAM ਤੋਂ ਪ੍ਰੋਸੈਸਰ ਕੋਲੇ ਜਾਊਗੀ ਤਾਂ ਉਹਦੀ ਇੱਕ ਕਾਪੀ ਜਨਰੇਟ ਹੋ ਜਾਊਗੀ। ਕਾਪੀ ਜਨਰੇਟ ਹੋ ਕੇ ਕਿੱਥੇ ਰਹਿ ਜਾਊਗੀ? ਕੈਸ਼ੇ ਮੈਮਰੀ ਦੇ ਵਿੱਚ।
ਤੇ ਉਸ ਤੋਂ ਬਾਅਦ ਉਹ ਪ੍ਰੋਸੈਸ ਹੋਣੀ ਸ਼ੁਰੂ ਹੋ ਜਾਊਗੀ। ਮੰਨ ਲਓ ਪ੍ਰੋਸੈਸ ਹੋ ਗਈ, ਉਹ ਵਿਚਕਾਰ ਹੀ ਰੋਕਤੀ, ਦੂਸਰੀ ਫਾਈਲ ਆ ਗਈ। ਮੰਨ ਲਓ ਦੂਸਰੀ ਫਾਈਲ ਕਿਹੜੀ ਸੀਗੀ, MP3, ਤਾਂ MP3 ਵੀ ਇੱਥੇ ਓਪਨ ਹੋਊਗੀ, ਉਹਦੀ ਕਾਪੀ ਵੀ ਇੱਥੇ ਹੋਊਗੀ ਤੇ ਉਹ ਪ੍ਰੋਸੈਸ ਹੋਣਾ ਸ਼ੁਰੂ ਹੋ ਗਈ। ਜਦੋਂ ਹੁਣ MP3 ਫਾਈਲ ਰੁਕ ਗਈ, ਦੁਬਾਰਾ ਉਹੀ ਫਾਈਲ ਚਾਹੀਦੀ ਹੈ, ਤਾਂ ਉਹਨੂੰ ਹਾਰਡ ਡਿਸਕ ਕੋਲੇ ਜਾਣ ਦੀ ਜ਼ਰੂਰਤ ਨਹੀਂ, ਉਹ ਕਿੱਥੇ ਜਾਊਗਾ, ਕੈਸ਼ੇ ਮੈਮਰੀ ਕੋਲੇ। ਤਾਂ ਉਹ ਜਿਹੜੀ ਕੰਪਿਊਟਰ ਦੀ ਸਪੀਡ ਹੈ ਇਹ ਕੀ ਹੋ ਜੂਗੀ, ਅਪ ਹੋ ਜੂਗੀ, ਪਰਫਾਰਮੈਂਸ ਕੀ ਹੋ ਜੂਗੀ, ਬੈਸਟ ਹੋ ਜੂਗੀ। ਤਾਂ ਵਰਤੀ ਜਾਂਦੀ ਹੈ ਜੀ ਕੈਸ਼ੇ ਮੈਮਰੀ। ਬਾਕੀ ਜੇ ਡਿਟੇਲ 'ਚ ਪੜ੍ਹਨਾ ਹੈ ਤਾਂ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਉਸ ਟਾਈਮ ਤੇ, ਪਟਵਾਰੀ ਵਾਲੀ, ਕਲਰਕ ਵਾਲੀ, ਵੀ ਕਲਰਕ ਕੰਮ ਕਰਦਾ ਟੇਬਲ ਦੇ ਉੱਪਰ ਬੈਠਦਾ, ਉਹ ਬੈਸਟ ਐਗਜ਼ਾਮਪਲ ਸੀਗੀ। ਉਹ ਮੈਂ ਇੱਥੇ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਬਹੁਤ ਟਾਈਮ ਲੱਗ ਜਾਊਗਾ। ਤੁਸੀਂ ਉਹ ਮੈਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਤੁਸੀਂ ਉੱਥੋਂ ਲਿੰਕ ਲੈ ਲਿਓ ਜਾਂ ਫਿਰ ਪਲੇਲਿਸਟ ਦੇ ਵਿੱਚ ਦੇਖ ਲਿਓ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਹੁਣ ਦੇਖੋ, ਹੁਣ ਜਿਹੜੀ ਗੱਲ ਉਹਨੇ ਕੁਐਸਚਨ ਦੇ ਵਿੱਚ ਪੁੱਛੀ ਆ, ਕੁਐਸਚਨ ਦੇ ਵਿੱਚ ਪੁੱਛਦਾ ਕਹਿੰਦਾ ਰੀਸੈਂਟਲੀ ਫੈਚਡ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਉਹ ਕਿੱਥੋਂ ਲੈਂਦਾ ਪ੍ਰੋਸੈਸਰ ਜਾਂ ਕੰਪਿਊਟਰ ਜਾਂ ਕੁਝ ਵੀ ਕਹਿ ਲਓ, ਹਨਾ। ਕਹਿੰਦਾ ਦਾ ਮੋਸਟ ਫ੍ਰੀਕੁਐਂਟਲੀ ਯੂਜ਼ਡ ਇੰਸਟਰਕਸ਼ਨ ਆਫ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ। ਕਹਿੰਦਾ ਵੀ ਜਿਹੜੀਆਂ ਸਭ ਤੋਂ ਲੇਟੈਸਟ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਕੰਪਿਊਟਰ ਦੀਆਂ, ਕਿੱਥੋਂ ਫੈਚ ਹੁੰਦੀਆਂ, ਫੈਚ ਦਾ ਮਤਲਬ ਹੁੰਦਾ ਕਿੱਥੋਂ ਆਉਂਦੀਆਂ। ਤਾਂ ਸਭ ਤੋਂ ਲੇਟੈਸਟ ਜਿਹੜੀਆਂ ਹੁੰਦੀਆਂ ਰਾਜੇ, ਉਹ ਕੈਸ਼ੇ ਮੈਮਰੀ ਤੋਂ ਹੀ ਆਉਂਦੀਆਂ, ਕਿਉਂਕਿ ਜਦੋਂ ਕੋਈ ਫਾਈਲ ਓਪਨ ਹੋਗੀ ਉਹ ਰੈਮ 'ਚ ਜਾਂਦੀ ਹੈ, ਰੈਮ ਤੋਂ ਕਾਪੀ ਬਣ ਜਾਂਦੀ ਹੈ, ਕਾਪੀ ਤੋਂ ਬਾਅਦ ਪ੍ਰੋਸੈਸ ਹੋਣਾ ਸ਼ੁਰੂ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਕੈਸ਼ੇ ਮੈਮਰੀ ਤੋਂ ਹੀ ਆਉਂਦੀ ਹੈ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਥੋੜਾ ਜਿਹਾ ਕੰਪਲੀਕੇਟਡ ਕੁਐਸਚਨ ਸੀਗਾ, ਤਾਂ ਇਸ ਕਰਕੇ ਚੱਕਰ ਦੇ ਵਿੱਚ ਨਹੀਂ ਪੈਣਾ। ਜੇ ਹੁਣ ਸਪੀਡ ਦੀ ਗੱਲ ਕਰੂਗਾ ਤਾਂ ਨੰਬਰ 1 ਤੇ ਸਪੀਡ ਹੁੰਦੀ ਹੈ ਜੀ, ਸਭ ਤੋਂ ਫਾਸਟ ਹੁੰਦੇ ਆ ਰਜਿਸਟਰ, 2 ਨੰਬਰ ਤੇ ਹੁੰਦੇ ਆ ਜੀ ਕੈਸ਼ੇ ਮੈਮਰੀ, 3 ਨੰਬਰ ਤੇ ਰੈਮ, 4 ਨੰਬਰ ਤੇ ਹਾਰਡ ਡਿਸਕ। ਠੀਕ ਹੈ ਜੀ, ਹਾਰਡ ਡਿਸਕ ਹੋ ਗਈ, CD ਹੋ ਗਈ, DVD ਹੋ ਗਈ, USB ਹੋ ਗਈ। ਤਾਂ ਥੋੜੀ ਜਿਹੀ ਆਵਾਜ਼ ਅੱਜ ਤੁਹਾਨੂੰ ਕਲੀਅਰ ਨਹੀਂ ਆ ਰਹੀ ਹੋਊਗੀ, ਗਲਾ ਖਰਾਬ ਹੈ, ਕਲਾਸਿਸ ਜ਼ਿਆਦਾ ਹੋਣ ਕਰਕੇ ਜ਼ਿਆਦਾ ਬੋਲਿਆ ਗਿਆ ਥੋੜਾ ਜਿਹਾ, ਪਰ ਮੈਨੂੰ ਕੋਸ਼ਿਸ਼ ਸੀਗੀ ਵੀ ਤੁਹਾਡੀ PYQ ਜਿਹੜੀ ਸੀਰੀਜ਼ ਹੈਗੀ ਆ ਉਹ ਲਗਾਤਾਰ ਚੱਲਦੀ ਰਹੇ। ਕੱਲ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਕੋਈ ਵੀਡੀਓ ਨਹੀਂ ਆਈ, ਬਟ ਮੈਂ ਕੋਸ਼ਿਸ਼ ਕਰੂੰਗਾ ਵੀ ਪੰਜਾਬ GK ਤੇ ਕਰੰਟ ਅਫੇਅਰ ਦੀ ਤੁਹਾਨੂੰ ਵੀਡੀਓ ਮਿਲ ਜੇ। ਤਾਂ ਦੇਖੋ ਜੀ, ਜਿਹੜੀ ਕੈਸ਼ੇ ਮੈਮਰੀ ਆਪਾਂ ਹੁਣੇ ਪੜ੍ਹ ਕੇ ਗਏ ਆ, ਉਹਦੇ ਵਿੱਚ ਇੱਕ ਚੀਜ਼ ਹੋਰ ਕਰਾ ਦਿੰਦਾ ਮੈਂ, ਥੋੜੀ ਜਿਹੀ ਡਾਇਗਰਾਮ ਦੇ ਥਰੂ ਮੈਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ। ਜੇ ਕਿਸੇ ਨੂੰ ਕਨਫਿਊਜ਼ਨ ਹੈ ਤਾਂ ਮੰਨ ਲਓ ਜਿਵੇਂ ਆਪਣੇ ਕੋਲੇ ਫੋਲਡਰ ਪਏ ਨੇ, ਫਾਈਲਸ ਪਈਆਂ ਨੇ, 4 ਤੋਂ ਲੈ ਕੇ 5 ਫਾਈਲਾਂ ਪਈਆਂ ਨੇ। ਜਦੋਂ ਮੈਂ ਓਪਨ ਕਰਦਾ ਪਹਿਲਾਂ ਰੈਮ 'ਚ ਜਾਂਦੀ ਹੈ ਰਾਜੇ, ਰੈਮ ਤੋਂ ਬਾਅਦ ਫਿਰ ਕੈਸ਼ੇ 'ਚ ਜਾਂਦੀ ਹੈ, ਕੈਸ਼ੇ ਤੋਂ ਬਾਅਦ ਫਿਰ ਪ੍ਰੋਸੈਸਰ ਕੋਲੇ ਜਾਂਦੀ ਹੈ। ਤਾਂ ਇਹ ਕਹਾਣੀ ਸਮਝਣੀ ਹੈ। ਇਸ ਤਰ੍ਹਾਂ ਕੀ ਕਰਦਾ ਜੀ, ਉਹਦੇ ਵਿਚਕਾਰ ਇੱਕ ਛੋਟੀ ਜਿਹੀ ਮੈਮਰੀ ਰੱਖਤੀ ਕੈਸ਼ੇ ਮੈਮਰੀ। ਉਹਦਾ ਬਸ ਮਕਸਦ ਕੀ ਹੈ, ਕੰਪਿਊਟਰ ਨੂੰ ਸਪੀਡ ਅਪ ਕਰਨਾ, ਕੰਪਿਊਟਰ ਦੀ ਪਰਫਾਰਮੈਂਸ ਵਧਾਉਣਾ, ਕੰਪਿਊਟਰ ਦਾ ਕੰਮ ਜਲਦੀ ਕਰਨਾ। ਅਗਲੀ ਗੱਲ ਕਰਦੇ ਹਾਂ ਜੀ ਪਰਮ। ਪਰਮ ਕਹਿੰਦਾ ਇਸ ਐਗਜ਼ਾਮਪਲ ਆਫ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜਾ ਪਰਮ ਹੈ, ਪਰਮ ਸੀਰੀਜ਼ ਚੱਲਦੀ ਆਪਣੇ ਇੰਡੀਆ ਦੇ ਵਿੱਚ ਸੁਪਰ ਕੰਪਿਊਟਰ ਦੀ। ਠੀਕ ਹੈ ਜੀ, ਪਰਮ ਕੰਪਿਊਟਰ ਜਿਹੜਾ ਹੈਗਾ ਕਿਹਨੇ, ਸੀਡੈਕ ਨੇ ਡਿਵੈਲਪ ਕੀਤਾ ਸੀ। ਤੁਸੀਂ ਮੈਨੂੰ ਹੁਣ ਫੁੱਲ ਫਾਰਮ ਦੱਸ ਸਕਦੇ ਹੋ, ਸੀਡੈਕ ਦੀ ਮੈਂ ਪਹਿਲਾਂ ਵੀ ਕਰਵਾਇਆ ਹੋਇਆ। ਤਾਂ ਸੀਡੈਕ ਕੰਪਨੀ ਹੈ ਬੈਂਗਲੌਰ ਦੇ ਵਿੱਚ, ਇਹ ਡਿਵੈਲਪ ਕਰਦੇ ਨੇ ਪਰਮ ਕੰਪਿਊਟਰ। ਠੀਕ ਹੈ ਜੀ, ਇਹਦੀ ਫੁੱਲ ਫਾਰਮ ਤੁਸੀਂ ਮੈਨੂੰ ਦੱਸ ਦਿਓ। ਪਰਮ ਕੀ ਇੱਕ ਤਰ੍ਹਾਂ ਦਾ ਸੁਪਰ ਕੰਪਿਊਟਰ ਹੈ, ਬਟ ਆਪਾਂ ਇੱਕ ਚੀਜ਼ਾਂ ਹੋਰ ਥੋੜੀਆਂ ਜਿਹੀਆਂ ਪੜ੍ਹਨੀਆਂ ਜਿਹੜੀਆਂ ਤੁਹਾਡੇ ਐਗਜ਼ਾਮ ਵਾਸਤੇ ਇੰਪੋਰਟੈਂਟ ਹੈ। ਇੱਕ ਹੈਗਾ ਜੀ ਪਰਮ ਪ੍ਰਵੇਗਾ। ਪਰਮ ਪ੍ਰਵੇਗਾ ਕੀ ਹੈ, ਮੈਂ ਉਸ ਦਿਨ ਪ੍ਰਗਿਆ ਬੋਲ ਗਿਆ ਸੀ ਸ਼ਾਇਦ, ਆਈ ਥਿੰਕ ਫਲੋ ਦੇ ਵਿੱਚ ਪਰਮ ਪ੍ਰਵੇਗਾ ਹੈ। ਪਰਮ ਪ੍ਰਵੇਗਾ ਜਿਹੜਾ ਕੰਪਿਊਟਰ ਹੈਗਾ ਰਾਜੇ, ਇਹ ਇੰਡੀਆ ਦਾ ਲੇਟੈਸਟ ਸੁਪਰ ਕੰਪਿਊਟਰ ਹੈ, ਜਿਹੜਾ ਜਨਵਰੀ 2022 ਦੇ ਵਿੱਚ ਕੀ ਹੈ, ਤਿਆਰ ਕੀਤਾ ਗਿਆ। ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ 2022 ਦਾ। ਠੀਕ ਹੈ ਜੀ, ਇਸ ਤੋਂ ਪਹਿਲਾਂ ਪਰਮ ਪ੍ਰਤਿਊਸ਼ ਸੀਗਾ। ਹੁਣ ਗੱਲ ਕਰਦੇ ਆ ਜੀ, ਪਹਿਲਾ ਕੰਪਿਊਟਰ ਕਿਹੜਾ ਸੀ ਇੰਡੀਆ ਦਾ ਸੁਪਰ ਕੰਪਿਊਟਰ, ਉਹ ਸੀਗਾ ਜੀ ਪਰਮ 8000। ਇਹ ਵੀ ਪੁੱਛਿਆ ਜਾਂਦਾ ਹੁੰਦਾ, ਪਰਮ 8000 ਕੀ ਹੈ, ਫਸਟ ਸੁਪਰ ਕੰਪਿਊਟਰ ਆਫ ਇੰਡੀਆ। ਬਟ ਜਿਹੜੀ ਵਰਲਡ ਦੀ ਜਿਹੜੀ ਲਿਸਟ ਜਾਰੀ ਕਰਦੇ ਆ ਹਰੇਕ ਸਾਲ, ਉਹ 500 ਕੰਪਿਊਟਰ ਦੀ ਲਿਸਟ ਜਾਰੀ ਕਰਦੇ ਆ, ਉਹਦੇ ਵਿੱਚ ਰੈਂਕਿੰਗ ਦੇਖਣੀ ਹੁੰਦੀ ਹੈ। ਤਾਂ ਜਿਹੜਾ ਪਰਮ ਪਦਮਾ ਸੀਗਾ, ਪਰਮ ਪਦਮਾ ਜਿਹੜਾ ਪਹਿਲਾ ਕੰਪਿਊਟਰ ਸੀਗਾ ਜਿਹੜਾ 2000 ਦੇ ਵਿੱਚ ਲਾਂਚ ਕੀਤਾ ਸੀ ਇੰਡੀਆ ਨੇ, ਜਿਹੜਾ ਪਹਿਲੀ ਵਾਰੀ ਪਰਮ 8000 ਤਾਂ ਆਇਆ ਸੀ, ਲੇਕਿਨ ਇਹ ਉਸ ਲਿਸਟ ਦੇ ਵਿੱਚ ਨਹੀਂ ਆਇਆ ਸੀ ਰੈਂਕਿੰਗ ਦੇ ਵਿੱਚ। ਬਟ ਪਰਮ ਪਦਮਾ ਆਇਆ ਸੀਗਾ ਟੌਪ 500 ਜਿਹੜੀ ਲਿਸਟ ਹੈਗੀ ਹੈ, ਪਹਿਲੀ ਵਾਰੀ ਆਇਆ ਸੀਗਾ। ਉਹ ਕਿੰਨੇ ਨੰਬਰ ਤੇ ਆਇਆ ਸੀ, 171 ਤੇ। ਠੀਕ ਹੈ ਜੀ, ਇਹ ਯਾਦ ਰੱਖਣਾ, ਪਹਿਲੀ ਵਾਰੀ 500 ਜਿਹੜੀ ਰੈਂਕਿੰਗ ਲਿਸਟ ਆਉਂਦੀ ਹੈ ਵਰਲਡ ਦੀ ਸੁਪਰ ਕੰਪਿਊਟਰ ਦੀ, ਉਹਦੇ ਵਿੱਚ ਆਇਆ ਸੀਗਾ। ਅੱਛਾ ਜੀ, ਹੁਣ ਆਪਾਂ ਗੱਲ ਕਰਦੇ ਹਾਂ ਸਪੀਡ ਆਫ ਦਾ ਸੁਪਰ ਕੰਪਿਊਟਰ ਰਾਜੇ, ਮੈਜ਼ਰ ਹੁੰਦੀ ਹੈ ਫਲॉप्स ਦੇ ਵਿੱਚ। ਫਲॉप्स ਦੀ ਫੁੱਲ ਫਾਰਮ ਪੁੱਛੀ ਜਾਂਦੀ ਹੁੰਦੀ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਠੀਕ ਹੈ ਜੀ। ਅੱਛਾ, ਇੱਕ ਕੁਐਸਚਨ ਹੋਰ ਆਉਂਦਾ ਹੁੰਦਾ ਟੀ ਫਲॉप। ਠੀਕ ਹੈ ਜੀ, ਟੀ ਫਲॉप्स ਇੱਕ ਲੇਟੈਸਟ ਸਪੀਡ ਆ ਕੰਪਿਊਟਰ ਦੀ, ਇਹ ਕਿੰਨੇ ਫਲॉप्स ਦੇ ਬਰਾਬਰ ਹੁੰਦਾ, ਇਹ ਵੀ ਤੁਸੀਂ ਮੈਨੂੰ ਦੱਸੋਗੇ। ਜੇ ਨਹੀਂ ਪਤਾ ਹੋਊਗਾ ਮੈਂ ਅਗਲੀ ਵੀਡੀਓ 'ਚ ਕਰਾਉਂਗਾ, ਮਤਲਬ ਕਿ ਟੀ ਫਲॉप ਦੇ ਵਿੱਚ ਕਿੰਨੇ ਫਲॉप्स ਹੁੰਦੇ ਆ, ਕਿਉਂਕਿ ਲੇਟੈਸਟ ਜਿਹੜੀ ਹੈ ਟੀ ਫਲॉप्स ਤੋਂ ਵੀ ਉੱਪਰ ਚਲੇ ਗਈ ਹੁਣ ਤਾਂ। ਠੀਕ ਹੈ ਜੀ, ਐਫ ਫਲॉप ਦੇ ਵਿੱਚ ਵੀ ਚਲੀ ਗਈ, ਟੀ ਫਲॉप ਦੇ ਵਿੱਚ ਵੀ ਚਲੀ ਗਈ। ਇਹ ਮੈਂ ਤੁਹਾਨੂੰ ਕਰਵਾਉਂਗਾ ਕਿਸੇ ਦਿਨ ਅਲੱਗ ਵੀਡੀਓ 'ਚ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕੀ ਫੰਕਸ਼ਨ ਆਫ ਫਾਇਰਵਾਲ। ਫਾਇਰਵਾਲ ਕੀ ਚੀਜ਼ ਹੁੰਦੀ ਹੈ ਰਾਜੇ, ਫਾਇਰਵਾਲ ਤੁਹਾਨੂੰ ਪਹਿਲਾਂ ਮੈਂ ਦਿਖਾ ਦੇਵਾਂ। ਫਾਇਰਵਾਲ ਇੱਕ ਨਾ ਇਨਬਿਲਟ ਸਿਸਟਮ ਹੁੰਦਾ, ਤੁਹਾਡੀ ਵਿੰਡੋ ਦੇ ਵਿੱਚ ਵੀ ਹੁੰਦਾ। ਆਪਾਂ ਹਾਰਡਵੇਅਰ ਵੀ ਯੂਜ਼ ਐਜ਼ ਏ ਹਾਰਡਵੇਅਰ ਵੀ ਯੂਜ਼ ਕਰ ਸਕਦੇ ਹਾਂ, ਐਜ਼ ਏ ਸੌਫਟਵੇਅਰ ਵੀ ਯੂਜ਼ ਕਰ ਸਕਦੇ ਹਾਂ। ਨੈਟਵਰਕਿੰਗ ਦੇ ਵਿੱਚ ਵੀ ਯੂਜ਼ ਹੁੰਦਾ ਤੇ ਪਰਸਨਲ ਕੰਪਿਊਟਰ ਦੇ ਵਿੱਚ ਵੀ ਯੂਜ਼ ਹੁੰਦਾ। ਹਾਰਡਵੇਅਰ ਮੈਂ ਹੁਣ ਗੱਲ ਕਰਦਾ ਪਹਿਲਾਂ ਸਿੰਪਲ ਦੇਖੋ, ਜਿਹੜਾ ਆ ਮੰਨ ਲਓ ਸਿੰਪਲ ਆ ਸਾਰੇ ਭੁੱਲ ਜਾਓ ਤੁਸੀਂ। ਆ ਮੰਨ ਲਓ ਤੁਹਾਡਾ ਪਰਸਨਲ ਕੰਪਿਊਟਰ ਸੀਗਾ, ਮੰਨ ਲਓ ਕਿਸੇ ਵੀ ਨੈਟਵਰਕ ਦੇ ਨਾਲ ਅਟੈਚ ਨਹੀਂ ਹੈਗਾ, ਲੇਕਿਨ ਸਿਰਫ ਇੰਟਰਨੈਟ ਨਾਲ ਅਟੈਚ ਹੈ। ਠੀਕ ਹੈ, ਕੋਈ ਨੈਟਵਰਕ ਨਹੀਂ ਬਣਾਇਆ ਹੋਇਆ। ਹੁਣ ਇੰਟਰਨੈਟ ਤੋਂ ਤੁਸੀਂ ਸਾਰੇ ਇੰਟਰਨੈਟ ਯੂਜ਼ ਕਰਦੇ ਆ, ਇੰਟਰਨੈਟ ਤੋਂ ਕੋਈ ਵੀ ਫਾਈਲ ਤੁਸੀਂ ਡਾਊਨਲੋਡ ਕਰ ਰਹੇ ਹੋ, ਠੀਕ ਹੈ ਜੀ, ਉਹ ਤੁਹਾਡੇ ਕੰਪਿਊਟਰ ਦੇ ਵਿੱਚ ਆ ਰਹੀ ਹੈ।
ਤਾਂ ਫਾਇਰਵਾਲ ਦਾ ਕੰਮ ਕੀ, ਉਹਨੂੰ ਮੋਨੀਟਰ ਕਰਨਾ। ਕੀ ਕੰਮ ਕਰਨਾ? ਮੋਨੀਟਰ ਕਰਨਾ, ਮਤਲਬ ਚੈੱਕ ਕਰਨਾ। ਤਾਂ ਮੋਨੀਟਰ ਦਾ ਕੰਮ ਕੀ ਹੁੰਦਾ? ਚੈੱਕ ਕਰਨਾ, ਹਨਾ। ਤਾਂ ਇਹ ਚੈੱਕ ਕਰੂਗਾ ਜਿਹੜਾ ਡਾਟਾ ਕੀ ਹੋਊਗਾ ਤੁਹਾਡੇ ਵਾਸਤੇ ਹਾਰਮਫੁਲ ਹੋਊਗਾ ਉਹਨੂੰ ਕੀ ਕਰ ਦੂਗਾ? ਨੈਗਲੈਕਟ ਕਰ ਦੂਗਾ। ਜਿਹੜਾ ਹੋਊਗਾ ਸਹੀ ਉਹਨੂੰ ਐਕਸੈਪਟ ਕਰ ਲੂਗਾ। ਦੇਖੋ ਡਾਟਾ ਪਿੱਛੋਂ ਕੀ ਆ ਰਿਹਾ ਸੀਗਾ, ਆ ਦੇਖੋ ਰੈੱਡ ਕਲਰ 'ਚ ਵੀ ਆ ਰਿਹਾ, ਗ੍ਰੀਨ 'ਚ ਵੀ ਆ ਰਿਹਾ। ਜਿਹੜਾ ਗ੍ਰੀਨ ਸੀ ਉਹਨੇ ਐਕਸੈਪਟ ਕਰ ਲਿਆ, ਜਿਹੜਾ ਦੂਸਰਾ ਸੀ ਉਹਨੇ ਕੀ ਕਰਤਾ? ਨੈਗਲੈਕਟ ਕਰਤਾ। ਤਾਂ ਕਹਿਣ ਦਾ ਭਾਵ ਫਾਇਰਵਾਲ ਦਾ ਕੰਮ ਕੀ ਹੈ? ਮੋਨੀਟਰ ਕਰਨਾ, ਠੀਕ ਹੈ। ਓਨਲੀ ਮੋਨੀਟਰ ਕਰਦਾ, ਕਾਹਦੇ ਵਾਸਤੇ ਮੋਨੀਟਰ ਕਰਦਾ? ਕੋਈ ਵੀ ਜਿਹੜਾ ਹਾਰਮਫੁਲ ਮਟੀਰੀਅਲ ਤੁਹਾਡਾ ਡਾਊਨਲੋਡ ਹੋ ਕੇ ਆ ਰਿਹਾ ਤੁਹਾਡਾ ਨੈਟ ਤੋਂ ਤੁਹਾਡੇ ਪੀਸੀ ਦੇ ਵਿੱਚ। ਤਾਂ ਦੇਖੋ ਜੀ ਇਹ ਕੁਐਸਚਨ ਦਾ ਆਨਸਰ ਕੀ ਹੈ। ਇਸ ਕੁਐਸਚਨ ਦਾ ਆਪਾਂ ਆਨਸਰ ਦੇਖਦੇ ਹਾਂ। ਉੱਪਰ ਉਹ ਆ ਗਿਆ ਕਿਉਂਕਿ ਮੈਂ ਉਹ ਡਾਇਗਰਾਮ ਤੇ ਕੀਤਾ ਸੀਗਾ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕੀ ਫੰਕਸ਼ਨ ਆਫ ਫਾਇਰਵਾਲ। ਤਾਂ ਫਾਇਰਵਾਲ ਦਾ ਕੰਮ ਡਿਲੀਟ ਕਰਨਾ ਨਹੀਂ ਹੈਗਾ ਰਾਜੇ, ਕਾਪੀ ਕਰਨਾ ਨਹੀਂ ਹੈਗਾ, ਮੂਵ ਕਰਨਾ ਨਹੀਂ ਹੈਗਾ, ਸਿਰਫ ਮੋਨੀਟਰ ਕਰਦਾ ਹੈ, ਠੀਕ ਹੈ ਜੀ। ਕੀ ਕਰਦਾ ਜੀ? ਦੇਖ ਰੇਖ ਕਰਦਾ ਤੁਹਾਡੇ ਪੀਸੀ ਦੀ। ਅੱਗੇ ਗੱਲ ਕਰਦੇ ਆ ਜੀ ਦਵਾਕ। ਦੇਖੋ ਆ ਬੱਚੇ ਨੇ ਦੇਖੋ ਐ ਲਾਇਆ ਹੋਇਆ ਹੈ, ਕਹਿਣ ਦਾ ਭਾਵ ਇਸ ਬੱਚੇ ਨੂੰ ਡਾਊਟ ਸੀਗਾ, ਇਹਨੇ ਅਟੈਂਪਟ ਨਹੀਂ ਕੀਤਾ। ਬਟ ਤੁਸੀਂ ਕਿੱਥੇ ਪੜ੍ਹ ਰਹੇ ਹੋ? ਪੋਜ਼ਿਟਿਵ ਬਾਈ ਪੰਜਾਬ ਤੇ। ਤੁਸੀਂ ਕਿਸੇ ਵੀ ਕੁਐਸਚਨ ਤੇ ਐ ਨਹੀਂ ਲਾਉਣਾ, ਤੁਸੀਂ ਹਰੇਕ ਕੁਐਸਚਨ ਤੇ ਕੀ ਲਾਉਣਾ? ਐ ਕਿ ਓਕੇ ਹੈ ਜੀ, ਅਸੀਂ ਤਾਂ ਪੜ੍ਹਿਆ ਹੋਇਆ, ਸਾਨੂੰ ਕਰਾਇਆ ਹੋਇਆ ਸਰ ਨੇ। ਦੁਆਕ ਵਾਲਾ ਜਿਹੜਾ ਹੈਗਾ ਬੇਟੇ ਇਹ ਐਕਸਾਈਜ਼ ਇੰਸਪੈਕਟਰ 'ਚ ਵੀ ਕੁਐਸਚਨ ਆਇਆ ਸੀਗਾ, ਸੇਮ ਕੁਐਸਚਨ ਸੇਮ ਆਇਆ ਸੀ ਪਟਵਾਰੀ ਮੇਨ 'ਚ। ਦੁਆਕ ਕੀ ਹੈ? ਬੇਸਿਕਲੀ ਰਾਜੇ ਇੱਕ ਕੀਬੋਰਡ ਦਾ ਲੇਆਊਟ ਹੈ। ਕੀ ਹੈ? ਕੀਬੋਰਡ ਦਾ ਲੇਆਊਟ। ਤਾਂ ਆਨਸਰ ਇਹਦਾ ਆਊਗਾ ਜੀ ਕੀਬੋਰਡ। ਕਿਉਂ ਆਊਗਾ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ। ਪਹਿਲਾਂ ਤੁਹਾਨੂੰ ਮੈਂ ਦੱਸਦਾ, ਤੁਸੀਂ ਆਹ ਚੀਜ਼ ਪੜ੍ਹੀ ਹੋਊਗੀ, ਕੁਐਲਿਟੀ ਕੀਬੋਰਡ ਸੁਣਿਆ ਹੋਊਗਾ। ਕੁਐਲਿਟੀ ਕੀਬੋਰਡ ਕੀ ਹੁੰਦਾ ਜਾਂ ਕੁਐਲਿਟੀ ਲੇਆਊਟ ਕੀ ਹੁੰਦਾ ਹੈ? ਤੁਸੀਂ ਟਾਈਪਰਾਈਟਰ ਦੇਖੇ ਸਾਰਿਆਂ ਨੇ, ਜਿਹੜੇ ਕਚਹਿਰੀਆਂ 'ਚ ਹੁੰਦੇ ਆ ਰਾਜੇ, ਉਹਦਾ ਲੇਆਊਟ ਵੀ ਕੁਐਲਿਟੀ ਹੁੰਦਾ ਹੈ। ਕੁਐਲਿਟੀ ਜਿਹੜਾ ਕੀਬੋਰਡ ਹੈਗਾ ਰਾਜੇ, ਲਿਥੀਅਮ ਨੇ ਡਿਵੈਲਪ ਕੀਤਾ ਸੀ ਕੀਬੋਰਡ। ਇਹ ਬੇਸਿਕਲੀ ਟਾਈਪਿੰਗ ਵਾਸਤੇ ਵਰਤਿਆ ਜਾਂਦਾ ਹੈ। ਇਹਦੇ ਜਿਹੜੇ ਪਹਿਲੇ 6 ਅੱਖਰ ਹਨ ਨਾ, ਜਿਹੜੇ QWERTY, ਉਹਨੂੰ ਲੈ ਕੇ ਇਹਦਾ ਨਾਮ ਰੱਖਿਆ ਗਿਆ ਕੁਐਲਿਟੀ ਕੀਬੋਰਡ। ਇਹਦਾ ਮਤਲਬ ਕੀ ਹੈ? ਲੇਆਊਟ ਹੈ ਜਿਹੜਾ ਕਿ ਜਨਰਲੀ ਆਲ ਓਵਰ ਵਰਲਡ ਚੱਲਦਾ, ਜ਼ਿਆਦਾਤਰ ਇਹੀ ਚੱਲਦਾ ਕੁਐਲਿਟੀ ਕੀਬੋਰਡ। ਬਟ ਇਹ ਨਹੀਂ ਹੈਗਾ ਕਿ ਇਸ ਤੋਂ ਇਲਾਵਾ ਹੋਰ ਕੀਬੋਰਡ ਦੇ ਲੇਆਊਟ ਨਹੀਂ ਹੈਗੇ, ਹੋਰ ਬਥੇਰੇ ਹੈਗੇ ਆ। ਹੋਰ ਕਿਹੜੇ ਕਿਹੜੇ ਆ? ਉਹ ਬਥੇਰੇ ਨਾਮ ਹੈਗੇ, ਲੇਕਿਨ ਜਿਹੜਾ ਇੰਪੋਰਟੈਂਟ ਹੈਗਾ ਉਹ ਹੈਗਾ ਜੀ ਦਵਾਕ। ਦਵਾਕ ਕੀ ਇੱਕ ਕੀਬੋਰਡ ਦਾ ਲੇਆਊਟ ਆ। ਦੇਖੋ ਇਹਦਾ ਫਰਕ ਕੀ ਹੈ, ਦੇਖੋ ਪਹਿਲੀਆਂ ਜਿਹੜੀਆਂ ਇਹਦੀਆਂ ਲਾਈਨ ਹੈਗੀਆਂ ਉਹ ਕਿਊ ਵਾਲੀਆਂ ਨਹੀਂ ਹੈਗੀਆਂ, ਥੋੜਾ ਜਿਹਾ ਡਿਫਰੈਂਟ ਹੈ ਇਹ, ਠੀਕ ਹੈ ਜੀ, ਥੋੜਾ ਜਿਹਾ ਡਿਫਰੈਂਟ ਹੈ। ਤਾਂ ਕਹਿੰਦਾ ਜੀ ਦ ਦਵਾਕ ਲੇਆਊਟ ਵਾਜ਼ ਨੇਮਡ ਆਫਟਰ ਇਟਸ ਇਨਵੈਂਟਰ ਕੌਣ? ਅਗਸਤ ਦਵਾਕ। ਅਗਸਤ ਦਵਾਕ ਨਾਮ ਦਾ ਜਿਹੜਾ ਬੰਦਾ ਸੀ ਉਹਨੇ ਇਹ ਲੇਆਊਟ ਕੀ ਕੀਤਾ ਸੀਗਾ? ਡਿਵੈਲਪ ਕੀਤਾ ਸੀ। ਤਾਂ ਬੇਸਿਕਲੀ ਤੁਸੀਂ ਯਾਦ ਕੀ ਰੱਖਣਾ ਐਗਜ਼ਾਮ ਵਾਸਤੇ, ਉਹਨੇ ਕਿਹਾ ਜੀ ਵਿਦ ਰੈਫਰੈਂਸ, ਕਿਹਨੂੰ ਰੈਫਰੈਂਸ ਕਰ ਰਿਹਾ ਦਵਾਕ? ਤਾਂ ਕੀਬੋਰਡ ਨੂੰ ਕਰ ਰਿਹਾ, ਕੀਬੋਰਡ ਦੇ ਲੇਆਊਟ ਨੂੰ ਕਰ ਰਿਹਾ। ਤਾਂ ਦਵਾਕ ਯਾਦ ਰੱਖ ਲਿਓ ਰਾਜੇ। ਨੈਕਸਟ ਗੱਲ ਕਰਦੇ ਹਾਂ ਆਪਾਂ ਜੀ। ਕਹਿੰਦਾ ਜੀ ਵੈਨ ਯੂ ਕੱਟ ਔਰ ਕਾਪੀ ਇਨਫੋਰਮੇਸ਼ਨ। ਹੁਣ ਤੁਸੀਂ ਮੰਨ ਲਓ ਕੋਈ ਵੀ ਇਨਫੋਰਮੇਸ਼ਨ ਕੱਟ ਕਰਦੇ ਆ, ਮੰਨ ਲਓ ਮੈਂ ਲਿਖਤਾ ਇੱਥੇ ਹੈਲੋ, ਠੀਕ ਹੈ। ਤੁਸੀਂ ਇਹਨੂੰ ਕੱਟ ਕਿਵੇਂ ਕਰ ਸਕਦੇ ਆ? ਕੰਟਰੋਲ ਐਕਸ ਨਾਲ। ਕਾਪੀ ਕਿਵੇਂ ਕਰ ਸਕਦੇ ਆ? ਕੰਟਰੋਲ ਸੀ ਨਾਲ। ਕੱਟ ਜਾਂ ਕਾਪੀ ਕੀਤਾ, ਜਦੋਂ ਜਦੋਂ ਕੋਈ ਤੁਸੀਂ ਚੀਜ਼ ਕਾਪੀ ਕਰ ਰਹੇ ਹੋ ਜਾਂ ਕੱਟ ਕਰ ਰਹੇ ਹੋ, ਉਹ ਕਿਤੇ ਨਾ ਕਿਤੇ ਜਾ ਕੇ ਮੈਮਰੀ ਲਊਗੀ, ਕਿਉਂਕਿ ਇੱਥੇ ਤਾਂ ਉਹ ਮੈਮਰੀ ਲੈ ਰਹੀ ਹੈ। ਲੇਕਿਨ ਜਦੋਂ ਤੁਸੀਂ ਕੱਟ ਕਰਦੇ ਹੋ ਜਾਂ ਕਾਪੀ ਬਣਾਉਂਦੇ ਹੋ, ਮਤਲਬ ਕਾਪੀ ਬਣਾ ਲਈ, ਕਿਤੇ ਜਾ ਕੇ ਪੇਸਟ ਕਰਤੀ, ਤਾਂ ਪੇਸਟ ਕਰਨ ਤੋਂ ਲੈ ਕੇ ਕਾਪੀ ਕਰਨ ਦੇ ਵਿਚਕਾਰ ਜਿਹੜਾ ਸਮਾਂ ਹੈਗਾ ਰਾਜੇ, ਕਿਤੇ ਨਾ ਕਿਤੇ ਮੈਮਰੀ ਲਊਗੀ, ਮਤਲਬ ਕਿਤੇ ਨਾ ਕਿਤੇ ਸਪੇਸ ਲਊਗੀ। ਉਸ ਸਪੇਸ ਨੂੰ ਆਪਾਂ ਕੀ ਕਹਿ ਦਿੰਦੇ ਆ ਰਾਜੇ? ਕਲਿੱਪ ਬੋਰਡ। ਕੀ ਕਹਿ ਦਿੰਦੇ ਆ? ਕਲਿੱਪ ਬੋਰਡ, ਠੀਕ ਹੈ ਜੀ, ਕਲੀਅਰ ਹੈ। ਤਾਂ ਇਹ ਜਿਹੜਾ ਕਲਿੱਪ ਬੋਰਡ ਹੁੰਦਾ ਰਾਜੇ ਹੋਮ ਮੈਨਿਊ ਦੇ ਵਿੱਚ ਹੁੰਦਾ ਤੁਹਾਡਾ। ਤੁਸੀਂ ਕਦੇ ਧਿਆਨ ਦਿੱਤਾ ਹੋਵੇ ਤਾਂ ਦੇਖੋ ਹੋਮ ਮੈਨਿਊ ਆ, ਹੋਮ ਮੈਨਿਊ ਦੇ ਵਿੱਚ ਆ ਕਲਿੱਪ ਬੋਰਡ ਹੁੰਦਾ ਹੈ। ਕਲਿੱਪ ਬੋਰਡ ਦੇ ਵਿੱਚ ਕਿਹੜੀਆਂ ਕਿਹੜੀਆਂ ਆਪਸ਼ਨ ਹੁੰਦੀਆਂ? ਕੱਟ, ਕਾਪੀ, ਫਾਰਮੈਟ, ਪ੍ਰਿੰਟਰ। ਆਪਾਂ ਮੰਨ ਲਓ ਕੋਈ ਫਾਰਮੈਟ ਵੀ ਕਾਪੀ ਕਰ ਰਹੇ ਹਾਂ, ਕਿਤੇ ਨਾ ਕਿਤੇ ਸਟੋਰ ਹੋਊਗਾ, ਕਿੱਥੇ ਹੋਊਗਾ? ਕਲਿੱਪ ਬੋਰਡ। ਤਾਂ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਕੀ ਹੈ ਇਹ? ਬਫਰ ਮੈਮਰੀ ਹੈ। ਕਾਹਦੇ ਵਾਸਤੇ ਯੂਜ਼ ਹੁੰਦੀ ਹੈ? ਟੈਂਪਰੇਰਲੀ ਕੋਈ ਚੀਜ਼ ਆਪਾਂ ਕੁਝ ਦੇਰ ਵਾਸਤੇ ਸਟੋਰ ਕਰਨੀ ਆ। ਜਦੋਂ ਆਪਾਂ ਹੈਲੋ ਕਾਪੀ ਕੀਤਾ ਤਾਂ ਕਿੱਥੇ ਕਿੱਥੇ ਹੋ ਗਿਆ? ਇੱਥੇ ਸਟੋਰ ਹੋ ਗਿਆ। ਜਦੋਂ ਆਪਾਂ ਪੇਸਟ ਕਰਤਾ ਇਹ ਖਾਲੀ ਹੋ ਜਾਂਦਾ। ਤਾਂ ਕਹਿਣ ਦਾ ਮਤਲਬ ਕਾਹਦੇ ਵਾਸਤੇ ਵਰਤਿਆ ਜਾਂਦਾ? ਬਫਰ ਮੈਮਰੀ ਵਾਸਤੇ ਵਰਤਿਆ ਜਾਂਦਾ। ਇਹਨੂੰ ਕਹਿ ਦਿੰਦੇ ਆ ਜੀ ਕਲਿੱਪ ਬੋਰਡ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਹਾਰਡ ਡਿਸਕ ਡਰਾਈਵਸ ਆਰ ਕੰਸੀਡਰਡ ਐਜ਼ ਡੈਸ਼ ਸਟੋਰੇਜ। ਤਾਂ ਰਾਜੇ ਹਾਰਡ ਡਿਸਕ ਜਿਹੜੀਆਂ ਹੁੰਦੀਆਂ ਨਾਨ ਵੋਲੇਟਾਈਲ ਹੁੰਦੀਆਂ। ਵੋਲੇਟਾਈਲ ਦਾ ਮਤਲਬ ਕੀ ਹੁੰਦਾ? ਵੋਲੇਟਾਈਲ ਹੁੰਦਾ ਜਿਵੇਂ ਥੋੜਾ ਰੈਮ ਹੋ ਗਿਆ। ਮੰਨ ਲਓ ਤੁਹਾਡੇ ਰੈਮ ਦੇ ਵਿੱਚ ਤੁਸੀਂ ਕੋਈ ਵੀ ਫਾਈਲ ਓਪਨ ਕਰਦੇ ਆ, ਮੰਨ ਲਓ ਤੁਸੀਂ ਸੇਵ ਨਹੀਂ ਕੀਤੀ, ਲਾਈਟ ਚਲੀ ਗਈ, ਕੰਪਿਊਟਰ ਵੈਸੇ ਬੰਦ ਹੋ ਗਿਆ ਐਕਸੀਡੈਂਟਲੀ, ਤਾਂ ਤੁਹਾਡਾ ਡਾਟਾ ਕੀ ਹੋ ਜਾਊਗਾ? ਰੇਜ਼ ਹੋ ਜਾਊਗਾ। ਉਹਨੂੰ ਕਹਿ ਦਿੰਦੇ ਆ ਜੀ ਵੋਲੇਟਾਈਲ ਇਨ ਨੇਚਰ, ਠੀਕ ਹੈ, ਵੋਲੇਟਾਈਲ ਹੁੰਦੀ ਹੈ। ਬਟ ਜਿਹੜੀ ਉਸਦੇ ਆਪੋਜ਼ਿਟ ਜਿਹੜੀ ਚੀਜ਼ ਹਮੇਸ਼ਾ ਪਰਮਾਨੈਂਟ ਤੁਹਾਡੇ ਮੋਬਾਈਲ 'ਚ ਪਈ ਰਹੂਗੀ ਜਾਂ ਤੁਹਾਡੇ ਕੰਪਿਊਟਰ 'ਚ ਪਈ ਰਹੂਗੀ, ਚਾਹੇ ਉਹ ਅੱਜ ਰੱਖ ਲਓ, ਚਾਹੇ 10 ਦਿਨ ਬਾਅਦ ਖੋਲ ਲਓ, ਚਾਹੇ 20 ਦਿਨ ਬਾਅਦ ਖੋਲ ਲਓ, ਪਈ ਰਹੂਗੀ, ਉਹਨੂੰ ਕਹਿ ਦਿੰਦੇ ਆ ਜੀ ਨਾਨ ਵੋਲੇਟਾਈਲ। ਤਾਂ ਹਾਰਡ ਡਿਸਕ ਦੇ ਵਿੱਚ ਆਪਾਂ ਡਾਟਾ ਪਰਮਾਨੈਂਟ ਸਟੋਰ ਕਰਦੇ ਹਾਂ, ਠੀਕ ਹੈ ਜੀ। ਤਾਂ ਵੋਲੇਟਾਈਲ ਤੁਹਾਨੂੰ ਮੈਂ ਦੱਸਤਾ, ਟੈਂਪਰੇਰੀ ਦਾ ਮਤਲਬ ਵੀ ਵੋਲੇਟਾਈਲ ਹੁੰਦਾ। ਫਲੈਸ਼ ਮੈਮਰੀ ਕਿਹੜੀ ਹੁੰਦੀ ਰਾਜੇ? ਜਿਹੜੀ ਮਤਲਬ ਕਿ ਆਹ ਆਪਾਂ ਹਾਰਡ ਡਿਸਕ ਯੂਜ਼ ਕਰਦੇ ਹਾਂ ਰਾਜੇ, ਇਹ ਹੁੰਦੀ ਹੈ ਮੈਗਨੈਟਿਕ ਮੈਮਰੀ। ਇਹ ਵੀ ਤੁਸੀਂ ਪੂਰਾ ਵੀਡੀਓ ਦੇਖ ਲਿਓ, ਲੈਕਚਰ ਪਿਆ ਇੱਥੇ ਸੈਕੰਡਰੀ ਸਟੋਰੇਜ ਵਾਲਾ। ਉਹਦੇ 'ਚ ਮੈਗਨੈਟਿਕ ਮੀਡੀਅਮ ਯੂਜ਼ ਹੁੰਦਾ। ਮੈਗਨੈਟਿਕ ਦੇ ਵਿੱਚ ਇੱਕ ਆ ਜਾਂਦੀ ਹੈ ਫਲੋਪੀ ਡਿਸਕ ਡਰਾਈਵ ਆ ਜਾਂਦੀ ਹੈ, ਇੱਕ ਹਾਰਡ ਡਿਸਕ ਡਰਾਈਵ ਆ ਜਾਂਦੀ ਹੈ। ਫਲੈਸ਼ ਮੈਮਰੀ ਹੁੰਦੀ ਜਿਹੜੀ ਬੜੀ ਫਾਸਟ ਹੁੰਦੀ ਹੈ, ਜਿਵੇਂ ਤੁਹਾਡੀ USB ਹੁੰਦੀ ਹੈ ਪੈਨ ਡਰਾਈਵ। ਬਟ ਅੱਜ ਕੱਲ੍ਹ ਇੱਕ ਨਵੀਂ ਆ ਰਹੀ ਹੈ SSD, ਜਿਹਨੂੰ ਕਹਿ ਦਿੰਦੇ ਆ ਸੋਲਿਡ ਸਟੇਟ ਡਰਾਈਵ। ਇਹ ਕੋਆਪਰੇਟਿਵ ਬੈਂਕ 'ਚ ਪੁੱਛਿਆ ਗਿਆ ਸੀ, ਇਹਦੇ ਫੁੱਲ ਫਾਰਮ ਸੋਲਿਡ ਸਟੇਟ ਡਰਾਈਵ। ਇਹਨੇ ਹਾਰਡ ਡਿਸਕ ਨੂੰ ਕੀ ਕਰਤਾ? ਰਿਪਲੇਸ ਕਰਤਾ, ਕਿਉਂਕਿ ਇਹ ਬਹੁਤ ਫਾਸਟ ਹੈ ਐਜ਼ ਕੰਪੈਰੀਜ਼ਨ ਟੂ ਹਾਰਡ ਡਿਸਕ। ਕਿਉਂਕਿ ਇਹਦੇ ਵਿੱਚ ਕਿਹੜੀ ਟੈਕਨੋਲੋਜੀ ਯੂਜ਼ ਹੋ ਰਹੀ ਹੈ? ਫਲੈਸ਼ ਮੈਮਰੀ। ਤਾਂ ਫਲੈਸ਼ ਮੈਮਰੀ ਬੇਸਿਕਲੀ ਲਾਈਟ ਸੋਰਸ ਨੂੰ ਯੂਜ਼ ਕਰਦੀ ਹੈ।
ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਟਾਈਪ ਆਫ ਮੈਮਰੀ ਹੋਲਡ ਦਾ ਪ੍ਰੋਗਰਾਮ ਟੂ ਸਟਾਰਟ ਅਪ ਦਾ ਕੰਪਿਊਟਰ। ਤਾਂ ਰਾਜੇ ਤੁਸੀਂ ਜਦੋਂ ਵੀ ਕੰਪਿਊਟਰ ਔਨ ਕਰਦੇ ਆ ਤੁਹਾਡੇ ਸਾਹਮਣੇ ਇੱਕ ਸਕਰੀਨ ਆਉਂਦੀ ਹੈ, ਉਹ ਚੈੱਕ ਕਰਦੀ ਹੈ ਤੁਹਾਡਾ ਆਪਰੇਟਿੰਗ ਸਿਸਟਮ ਲੋਡ ਹੋ ਗਿਆ, ਤੁਹਾਡਾ ਹਾਰਡਵੇਅਰ ਠੀਕ ਲੱਗਿਆ, ਕੀਬੋਰਡ ਠੀਕ ਚੱਲ ਰਿਹਾ, ਮਾਊਸ ਠੀਕ ਚੱਲ ਰਿਹਾ, ਉਹਨੂੰ ਕਹਿ ਦਿੰਦੇ ਆ ਬਾਇਓ ਸੈਟਿੰਗ। ਕੀ ਕਹਿ ਦਿੰਦੇ ਆ ਜੀ? ਬਾਇਓ ਸੈਟਿੰਗ। ਇਹਨੂੰ ਕਹਿ ਦਿੰਦੇ ਆ ਜੀ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਕਹਿ ਦਿੰਦੇ, ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦਾ P++ ਬੋਰਡ ਕਈ ਵਾਰੀ। ਤਾਂ ਰਾਜੇ ਇਹ ਕਿੱਥੇ ਸਟੋਰ ਹੁੰਦਾ ਰਾਜੇ? ਰੋਮ ਦੇ ਵਿੱਚ ਇੱਕ ਸਪੈਸ਼ਲ ਚਿਪ ਹੁੰਦੀ ਹੈ ਜਿਹਨੂੰ ਕਹਿ ਦਿੰਦੇ ਆ ਰੀਡ ਓਨਲੀ ਮੈਮਰੀ, ਰੋਮ 'ਚ ਹੁੰਦੀ ਆ। ਰੋਮ ਚਿਪ ਤੁਹਾਨੂੰ ਮੈਂ ਦਿਖਾ ਦਿੰਦਾ ਰਾਜੇ, ਇਦਾਂ ਦੀ ਹੁੰਦੀ ਆ ਰੋਮ ਚਿਪ। ਫਰਦਰ ਮੈਂ ਨਾ ਰੋਮ ਦੀਆਂ ਟਾਈਪਸ ਕਰਾਈਆਂ ਹੋਈਆਂ, ਪੀ ਰੋਮ ਕਰਾਇਆ ਹੋਇਆ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਅਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਤੇ ਡਬਲ ਈਪੀ ਰੋਮ ਜਿਹਨੂੰ ਕਹਿ ਦਿੰਦੇ ਆ ਇਲੈਕਟ੍ਰੀਕਲੀ ਅਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਮੈਂ ਹਰੇਕ ਵੀਡੀਓ 'ਚ ਇਹ ਬੋਲਦਾ, ਤੇ ਹਰੇਕ ਵੀਡੀਓ 'ਚ ਤਾਂ ਬੋਲਦਾ ਕਿ ਹਰੇਕ ਪੇਪਰ ਦੇ ਵਿੱਚ ਵੀ ਆਉਂਦਾ, ਤਾਂ ਤੁਸੀਂ ਗਲਤ ਨਹੀਂ ਕਰਕੇ ਆਉਣਾ, ਇਸ ਕਰਕੇ ਮੈਂ ਵਾਰ-ਵਾਰ ਇਹ ਚੀਜ਼ਾਂ ਬੋਲਦਾ ਹੁੰਦਾ। ਜਿਹੜੀਆਂ ਚੀਜ਼ਾਂ ਮੈਂ ਵਾਰ-ਵਾਰ ਰਿਪੀਟ ਕਰਦਾ ਧਿਆਨ ਦਿਆ ਕਰੋ, ਉਹ ਬਹੁਤ ਮੋਸਟ ਇੰਪੋਰਟੈਂਟ ਹੁੰਦੀਆਂ। ਵੈਸੇ ਸਾਰਾ ਕੁਝ ਇੰਪੋਰਟੈਂਟ ਹੁੰਦਾ ਬਟ ਉਹ ਜ਼ਿਆਦਾ ਹੁੰਦੀਆਂ। ਠੀਕ ਹੈ ਜੀ, ਆਹ ਹੁੰਦੀ ਤੁਹਾਡੀ ਰੋਮ ਚਿਪ, ਇਹਦੇ ਵਿੱਚ ਕੰਪਿਊਟਰ ਦਾ ਸਟਾਰਟਅਪ ਰੂਟੀਨ ਹੁੰਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਛਾ ਜੀ, ਆਹ ਕੁਐਸਚਨ ਦੇ ਵਿੱਚ ਵੀ ਬਹੁਤ ਡਾਊਟ ਸੀਗੇ ਕਿਉਂਕਿ P++ ਬੋਰਡ ਨੇ ਇਹਦਾ ਆਨਸਰ ਗਲਤ ਕਰਤਾ ਸੀਗਾ ਰਾਜੇ। ਤਾਂ ਇਹ ਇੱਕ ਵੈਸੇ ਵੀਡੀਓ ਆਪਣੇ ਚੈਨਲ ਤੇ ਪਈ ਹੈ ਜਿਹਦੇ ਵਿੱਚ ਮੈਂ ਹੱਬ, ਬ੍ਰਿਜ, ਗੇਟਵੇ ਸਭ ਕੁਝ ਕਰਾਇਆ ਹੋਇਆ, ਬਟ ਉਹ ਇੰਨੀ ਕਲੀਅਰ ਨਹੀਂ ਹੈਗੀ ਵੀਡੀਓ। ਉਹ ਮੈਨੂੰ ਵੀ ਲੱਗਦਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੈਗੀ ਹੈ। ਦੇਖੋ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ, ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਟੀਚਰ ਵੀ ਹੌਲੀ ਹੌਲੀ ਸਿੱਖਦਾ ਸਮੇਂ ਦੇ ਨਾਲ। ਤਾਂ ਤੁਸੀਂ ਮੇਰੀਆਂ ਕੋਈ ਵੀਡੀਓ ਦੇਖ ਲਓ, ਚਾਹੇ ਸੇਮ ਵੀਡੀਓ ਮੈਂ ਪਾ ਦੇਵਾਂ, ਹਰੇਕ ਵਾਰੀ ਨਵੀਂ ਚੀਜ਼ ਮਿਲੂਗੀ। ਵੈਸੇ ਉਹ ਪਾਈ ਹੋਈ ਹੈ 101% ਲੈਵਲ ਦੀ ਹੈ, ਬਟ ਮੈਨੂੰ ਲੱਗਦਾ ਉਹ 'ਚ ਇੱਕ ਦੋ ਕਮੀਆਂ ਹੈਗੀਆਂ, ਤਾਂ ਆਪਾਂ ਦੁਬਾਰਾ ਪਾਵਾਂਗੇ ਵੀਡੀਓ ਨੈਟਵਰਕ ਡਿਵਾਈਸਿਸ ਦੇ ਉੱਪਰ। ਤਾਂ ਇੱਥੇ ਜਿਹੜਾ ਆਨਸਰ ਆਉਣਾ ਸੀ, ਕਹਿੰਦਾ ਜੀ ਟੂ ਕਨੈਕਟ ਦਾ ਨੈਟਵਰਕ ਆਫ ਦਾ ਸਿਮਿਲਰ ਪ੍ਰੋਟੋਕਾਲ। ਪ੍ਰੋਟੋਕਾਲ ਕੀ ਹੁੰਦੇ ਰਾਜੇ? ਰੂਲ ਐਂਡ ਰੈਗੂਲੇਸ਼ਨ, ਜਿਹੜੇ ਕਿ ਡਾਟਾ ਸੈਂਡ ਕਰਨ ਵਾਸਤੇ ਵਰਤੇ ਜਾਂਦੇ ਆ। ਹੁਣ ਆਪਣੇ ਜਿਵੇਂ ਟ੍ਰੈਫਿਕ ਰੂਲ ਹੁੰਦੇ ਆ, ਟ੍ਰੈਫਿਕ ਰੂਲ ਕਦੇ ਵਾਸਤੇ ਹੁੰਦੇ ਆ? ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ। ਤਾਂ ਨੈਟਵਰਕ ਦੇ ਵਿੱਚ ਮੰਨ ਲਓ ਆਹ ਸੈਂਡਰ ਹੈ, ਆਹ ਰਿਸੀਵਰ ਹੈ, ਇਹਨਾਂ ਦੇ ਵਿੱਚ ਰੂਲ ਫੋਲੋ ਹੋਣਗੇ ਵੀ ਕਿਵੇਂ ਡਾਟਾ ਸੈਂਡ ਹੋਊਗਾ, ਕਦੋਂ ਇਹ ਸੈਂਡਰ ਹੋਊਗਾ, ਕਦੋਂ ਇਹ ਰਿਸੀਵਰ ਹੋਊਗਾ। ਤਾਂ ਕਹਿੰਦਾ ਦੋ ਸਿਮਿਲਰ ਨੈਟਵਰਕ ਨੂੰ ਜੋੜਨੇ ਆ। ਮੰਨ ਲਓ ਕਿ ਮੈਂ ਇਹ ਵੀ ਲੈਣ ਆ ਵੀ ਲੈਣ ਆ, ਦੋ ਲੈਣ ਨੂੰ ਜੋੜਨਾ, ਤਾਂ ਰਾਜੇ ਮੈਂ ਕੀ ਯੂਜ਼ ਕਰੂੰਗਾ? ਬ੍ਰਿਜ ਯੂਜ਼ ਕਰੂੰਗਾ। ਤਾਂ ਕੀ ਯੂਜ਼ ਕਰੂੰਗਾ ਇੱਥੇ? ਬ੍ਰਿਜ ਯੂਜ਼ ਕਰੂੰਗਾ। ਹੁਣ ਤੁਹਾਨੂੰ ਮੈਂ ਇੱਕ ਇੱਥੇ ਕਹਾਣੀ ਸੁਣਾ ਦਿੰਦਾ, ਬੱਚੇ ਕਨਫਿਊਜ਼ ਹੁੰਦੇ ਆ ਬ੍ਰਿਜ ਤੇ ਗੇਟਵੇ, ਕਿਉਂਕਿ ਉਹਨਾਂ ਨੇ ਆਨਸਰ ਲਾਇਆ ਸੀ ਗੇਟਵੇ। ਹੁਣ ਤੁਹਾਨੂੰ ਮੈਂ ਆਨਸਰ ਇੱਕ ਚੀਜ਼ ਦੱਸਦਾ, ਮੰਨ ਲਓ ਇੱਕ ਸ਼ਹਿਰ ਹੈ, ਮੰਨ ਲਓ ਇੱਕ ਸ਼ਹਿਰ ਹੈ, ਚਾਹੇ ਤੁਸੀਂ ਪਟਿਆਲਾ ਸ਼ਹਿਰ ਲਾ ਲਓ, ਚਲੋ ਮੈਂ ਪਟਿਆਲਾ ਸ਼ਹਿਰ ਲਾ ਲੈਣਾ। ਇੱਕ ਸ਼ਹਿਰ ਸੀਗਾ ਪਟਿਆਲਾ, ਉਹਦੇ ਬਿਲਕੁਲ ਸੈਂਟਰ ਦੇ ਵਿੱਚ ਦੀ ਕੀ ਜਾਂਦੀ ਹੈ? ਇੱਕ ਨਹਿਰ ਜਾਂਦੀ ਹੈ, ਨਦੀ ਜਾਂਦੀ ਹੈ। ਹੁਣ ਆਹ ਸ਼ਹਿਰ ਦਾ ਪਹਿਲਾ ਹਿੱਸਾ ਹੈ, ਇਹ ਸ਼ਹਿਰ ਦਾ ਦੂਜਾ ਹਿੱਸਾ ਹੈ। ਹੁਣ ਸ਼ਹਿਰ ਨੂੰ ਜੋੜਨ ਵਾਸਤੇ ਮੈਂ ਕੀ ਬਣਾ ਦੂੰਗਾ? ਉੱਤੇ ਬ੍ਰਿਜ ਬਣਾ ਦੂੰਗਾ। ਮੈਂ ਕੀ ਬਣਾ ਦੂੰਗਾ? ਉੱਤੇ ਬ੍ਰਿਜ ਬਣਾ ਦੂੰਗਾ, ਪੁਲ ਬਣਾ ਦੂੰਗਾ। ਹੁਣ ਸ਼ਹਿਰ ਤਾਂ ਇੱਕ ਹੀ ਹੈ ਨਾ, ਆ ਵੀ ਸ਼ਹਿਰ ਉਹੀ ਹੈ ਪਟਿਆਲਾ, ਆ ਵੀ ਸ਼ਹਿਰ ਪਟਿਆਲਾ ਹੈ, ਤਾਂ ਉਹਨੂੰ ਜੋੜਨ ਵਾਸਤੇ ਮੈਂ ਕੀ ਲੈ ਲਿਆ? ਪੁਲ ਲੈ ਲਿਆ। ਤਾਂ ਸਮਝ ਗਏ, ਜਦੋਂ ਦੋ ਨੈਟਵਰਕ ਲੈ ਲਏ, ਦੋਨੇ ਸੇਮ ਨੇ, ਆ ਵੀ ਲੈਣ ਹੈ, ਆ ਵੀ ਲੈਣ ਹੈ, ਠੀਕ ਹੈ, ਸੇਮ ਨੈਟਵਰਕ ਨੇ, ਸੇਮ ਟੈਕਨੋਲੋਜੀ ਯੂਜ਼ ਕਰ ਰਹੇ ਨੇ, ਤਾਂ ਉਹਨਾਂ ਵਾਸਤੇ ਕੀ ਆਪਾਂ ਯੂਜ਼ ਕਰਾਂਗੇ? ਬ੍ਰਿਜ ਯੂਜ਼ ਕਰਾਂਗੇ। ਠੀਕ ਹੈ ਜੀ। ਹੁਣ ਗੇਟਵੇ ਕਿੱਥੇ ਯੂਜ਼ ਹੁੰਦਾ ਰਾਜੇ? ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਬਹੁਤ ਵਧੀਆ ਐਗਜ਼ਾਮਪਲ, ਤੁਸੀਂ ਕਦੇ ਜ਼ਿੰਦਗੀ 'ਚ ਭੁੱਲੋਗੇ ਨਹੀਂ। ਤੁਸੀਂ ਜੀਕੇ ਪੜ੍ਹਦੇ ਹੋਗੇ ਰਾਜੇ, ਕਰਤਾਰਪੁਰ ਕੋਰੀਡੋਰ ਤੁਸੀਂ ਦੇਖਿਆ ਸਾਰਿਆਂ ਨੇ। ਠੀਕ ਹੈ, ਕਰਤਾਰਪੁਰ ਕੋਰੀਡੋਰ ਕੀ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਹੈ ਕਰਤਾਰਪੁਰ, ਉੱਥੇ ਕੀ ਹੈ? ਉੱਥੇ ਵੀ ਆਈ ਹੈ, ਉੱਥੇ ਰਾਵੀ ਨਦੀ ਵਗਦੀ ਹੈ ਵਿਚਕਾਰ, ਇੱਥੇ ਗੁਰਦੁਆਰਾ ਸਾਹਿਬ ਹੈ। ਠੀਕ ਹੈ ਜੀ, ਇਹ ਪਾਕਿਸਤਾਨ ਹੈ, ਇਹ ਹੈਗਾ ਜੀ ਇੰਡੀਆ। ਹੁਣ ਦੋਨੇ ਕੰਟਰੀਆਂ ਕੀ ਨੇ? ਅਲੱਗ-ਅਲੱਗ ਨੇ, ਇੰਡੀਆ ਅਲੱਗ ਹੈ, ਪਾਕਿਸਤਾਨ ਅਲੱਗ ਹੈ, ਪਰ ਉਹਨਾਂ ਨੇ ਕੀ ਕੀਤਾ? ਇੱਕ ਗੇਟ ਬਣਾਤਾ। ਕੀ ਬਣਾਤਾ? ਇੱਕ ਗੇਟ ਬਣਾਤਾ। ਕੀ ਬਣਾਤਾ ਜੀ? ਇੱਕ ਗੇਟ ਬਣਾਤਾ। ਇੱਥੇ ਵੀ ਆਰਮੀ ਖੜੀ ਹੈ ਪਾਕਿਸਤਾਨ ਦੀ, ਇੱਥੇ ਇੰਡੀਅਨ ਆਰਮੀ ਖੜੀ ਹੈ। ਠੀਕ ਹੈ, ਜੇ ਕੋਈ ਸ਼ਰਧਾਲੂ ਨੇ ਜਾਣਾ ਤਾਂ ਉਹ ਇੱਥੋਂ ਪਹਿਲਾਂ ਚੈਕਿੰਗ ਕਰਨਗੇ, ਫਿਰ ਭੇਜਣਗੇ, ਫਿਰ ਅੱਗੇ ਜਾ ਕੇ ਫਿਰ ਚੈਕਿੰਗ ਕਰਨਗੇ, ਫਿਰ ਅੱਗੇ ਭੇਜਣਗੇ। ਤਾਂ ਕਹਿਣ ਦਾ ਮਤਲਬ ਦੋ ਡਿਫਰੈਂਟ ਕੰਟਰੀਆਂ ਦੇ ਵਿਚਕਾਰ ਅਗਰ ਜਾਣਾ ਤਾਂ ਮੈਨੂੰ ਗੇਟ ਦੇ ਥਰੂ ਜਾਣਾ ਪਊਗਾ, ਪਰ ਉਹ ਗੇਟ ਦੇ ਵਿੱਚ ਕੀ ਕਰਨਗੇ? ਚੈਕਿੰਗ ਕਰਨਗੇ, ਸਟਾਰਟਿੰਗ ਪੁਆਇੰਟ ਤੇ ਵੀ ਐਂਡ ਪੁਆਇੰਟ ਤੇ ਵੀ। ਸੇਮ ਰਾਜੇ ਜਿਹੜਾ ਗੇਟਵੇ ਹੁੰਦਾ ਦੋ ਡਿਫਰੈਂਟ ਨੈਟਵਰਕ ਨੂੰ ਜੋੜਦਾ। ਠੀਕ ਹੈ, ਦੋ ਡਿਫਰੈਂਟ ਨੈਟਵਰਕ ਨੂੰ ਜੋੜਨ ਦੇ ਕੰਮ ਆਉਂਦਾ। ਤਾਂ ਹਰ ਸਟਾਰਟਿੰਗ ਪੁਆਇੰਟ ਤੇ ਵੀ ਚੈਕਿੰਗ ਹੁੰਦੀ ਹੈ ਤੇ ਐਂਡ ਪੁਆਇੰਟ ਤੇ ਵੀ ਚੈਕਿੰਗ ਹੁੰਦੀ ਡਾਟਾ ਦੀ। ਠੀਕ ਹੈ, ਤਾਂ ਗੇਟਵੇ ਜਿਹੜਾ ਹੁੰਦਾ ਉਹ ਡਿਸਸਿਮਿਲਰ ਨੂੰ ਕਰਦਾ, ਇਹ ਸਿਮਿਲਰ ਨੂੰ ਕਰਦਾ, ਜਾਂ ਕਹਿ ਸਕਦੇ ਹਾਂ ਗੇਟਵੇ ਕਿਹਨੂੰ ਕਰਦਾ? ਡਿਫਰੈਂਟ ਨੂੰ ਕਰਦਾ, ਤੇ ਬ੍ਰਿਜ ਕਿਹਨੂੰ ਕਰਦਾ ਜੀ? ਸੇਮ ਨੂੰ ਕਰਦਾ। ਇਸ ਤੋਂ ਬੈਸਟ ਐਗਜ਼ਾਮਪਲ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਐਗਜ਼ਾਮਪਲ ਤੁਹਾਡੇ ਦਿਮਾਗ 'ਚ ਫਿੱਟ ਹੋ ਜਾਊਗੀ। ਤਾਂ ਦੇਖੋ ਜੀ, ਜਿਹੜਾ ਬ੍ਰਿਜ ਹੈਗਾ, ਦੇਖੋ ਸੇਮ ਨੈਟਵਰਕ ਹੈ, ਸਾਰਾ ਕੁਝ ਸੇਮ ਹੈ, ਉਹਨੂੰ ਜੋੜ ਰਿਹਾ। ਤਾਂ ਜਿਹੜਾ ਗੇਟਵੇ ਹੈਗਾ ਰਾਜੇ, ਮੰਨ ਲਓ ਆਹ ਨੈਟਵਰਕ 1 ਹੈ, ਆਹ ਨੈਟਵਰਕ 2 ਹੈ, ਇਹਨੂੰ ਜੋੜਨ ਵਾਸਤੇ ਗੇਟਵੇ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਕਲ ਦੋਨਾਂ ਦੀ ਲਗਭਗ ਸੇਮ ਹੁੰਦੀ ਹੈ, ਤੁਸੀਂ ਸਵਿਚ ਲੈ ਲਓ, ਗੇਟਵੇ ਲੈ ਲਓ, ਜੋ ਮਰਜ਼ੀ ਲੈ ਲਓ, ਸ਼ਕਲ ਲਗਭਗ ਸੇਮ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਦਾ ਕਲੌਕ ਰੇਟ ਆਫ ਏ ਪ੍ਰੋਸੈਸਰ ਇਜ਼ ਮੈਜ਼ਰਡ ਇਨ। ਤੁਹਾਨੂੰ ਮੈਂ ਸਾਰਾ ਕੁਝ ਕਰਾਇਆ ਰਾਜੇ, ਫਸਟ ਜਨਰੇਸ਼ਨ ਕਰਾਈ ਸੀ, ਉਹਦੀ ਜਿਹੜੀ ਸਪੀਡ ਸੀਗੀ ਮਿਲੀ ਸੈਕਿੰਡ 'ਚ ਮੈਜ਼ਰ ਕਰਦੇ ਸੀਗੇ। ਮਿਲੀ ਸੈਕਿੰਡ ਕੀ ਹੁੰਦਾ? 10 ਦੀ ਪਾਵਰ -3। ਫਿਰ ਆ ਗਈ ਸੈਕਿੰਡ ਜਨਰੇਸ਼ਨ, ਉਹਦੀ ਮਾਈਕਰੋ 'ਚ ਆਉਣ ਲੱਗ ਗਈ, 10 ਦੀ ਪਾਵਰ -ਸੀ। ਫਿਰ ਨੈਨੋ ਸੈਕਿੰਡ ਆਉਣ ਲੱਗ ਗਿਆ। ਠੀਕ ਹੈ, ਇਸ ਤਰ੍ਹਾਂ ਸਪੀਡ ਵੱਧਦੀ ਗਈ। ਜਦੋਂ ਚੌਥੀ ਜਨਰੇਸ਼ਨ ਆਈ ਤਾਂ ਉੱਥੇ ਕੀ ਆਪਣਾ ਯੂਜ਼ ਕੀਤਾ? ਆਪਾਂ ਮਾਈਕਰੋ ਪ੍ਰੋਸੈਸਰ ਯੂਜ਼ ਕੀਤਾ। ਕੀ ਯੂਜ਼ ਕੀਤਾ? ਆਪਾਂ ਮਾਈਕਰੋ ਪ੍ਰੋਸੈਸਰ ਯੂਜ਼ ਕੀਤਾ। ਜਿਹੜਾ ਪ੍ਰੋਸੈਸਰ ਹੈ ਰਾਜੇ, ਉਹ ਕੰਮ ਕਰਦਾ 0 ਤੇ 1 ਤੇ। 0 ਦਾ ਮਤਲਬ ਕੀ ਹੈ? ਉਹ ਫ੍ਰੀ ਹੈ। 1 ਦਾ ਮਤਲਬ ਕੀ? ਉਹ ਆਈਡੀਅਲ ਹੈ, ਬਿਜ਼ੀ ਹੈ। ਤਾਂ ਇਹ ਜਿਹੜੀ ਸਪੀਡ ਮੈਜ਼ਰ ਹੁੰਦੀ ਹੈ ਰਾਜੇ, ਇਹ
ਡਿਸਕ੍ਰੀਟ ਵੇਵ ਦੇ ਵਿੱਚ ਹੁੰਦੀ ਹੈ ਤੇ ਇਹ ਮੇਜਰ ਹੁੰਦੀ ਹੈ ਹਰਟਜ਼ ਦੇ ਵਿੱਚ। ਕਿਹਦੇ ਵਿੱਚ ਹੁੰਦੀ ਹੈ? ਹਰਟਜ਼ ਦੇ ਵਿੱਚ। ਤਾਂ ਜਿਹੜੇ ਸਟਾਰਟਿੰਗ ਦੇ ਵਿੱਚ ਜਿਹੜੇ ਕੰਪਿਊਟਰ ਸੀ ਉਹਨਾਂ ਦੀ ਸਪੀਡ ਹੁੰਦੀ ਸੀ ਕਿਲੋ ਹਰਟਜ਼, ਫਿਰ ਕੀ ਹੋ ਗਿਆ ਮੈਗਾ ਹਰਟਜ਼ ਆਉਣ ਲੱਗ ਗਈ, ਲੇਕਿਨ ਜਿਹੜੇ ਅੱਜ ਕੱਲ੍ਹ ਲੇਟੈਸਟ ਨੇ ਉਹ ਗੀਗਾ ਹਰਟਜ਼ ਦੇ ਵਿੱਚ ਕੰਮ ਕਰ ਰਹੇ ਨੇ। ਠੀਕ ਹੈ ਜੀ, ਹੁਣ ਟੈਰਾ ਹਰਟਜ਼ ਦੇ ਵਿੱਚ ਵੀ ਕਰਨ ਲੱਗ ਗਏ, ਲੇਕਿਨ ਗੀਗਾ ਹਰਟਜ਼ ਕਾਮਨ ਹੈ। ਤਾਂ ਕਹਿਣ ਦਾ ਮਤਲਬ ਜਿਹੜੀ ਹੁਣ ਪ੍ਰੋਸੈਸਰ ਦੀ ਸਪੀਡ ਹੈ ਨਾ ਤਾਂ ਮਿਲੀ ਸੈਕਿੰਡ ਦੇ ਵਿੱਚ ਮੇਜਰ ਹੁੰਦੀ ਹੈ, ਠੀਕ ਹੈ, ਨਾ ਤਾਂ ਮਾਈਕਰੋ ਹਰਟਜ਼ ਦੇ ਵਿੱਚ ਹੁੰਦੀ ਹੈ, ਨਾ ਮੈਗਾਬਾਈਟ ਦੇ ਵਿੱਚ ਹੁੰਦੀ ਹੈ, ਕਿੱਥੇ ਹੁੰਦੀ ਹੈ? ਗੀਗਾ ਹਰਟਜ਼ ਦੇ ਵਿੱਚ। ਠੀਕ ਹੈ ਜੀ, ਤਾਂ ਰਾਈਟ ਆਂਸਰ ਕੀ ਬਣ ਜਾਊਗਾ? ਗੀਗਾ ਹਰਟਜ਼। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਜਿੰਨੀ ਜ਼ਿਆਦਾ ਸਪੀਡ ਹੋਊਗੀ ਉਨੀ ਜ਼ਿਆਦਾ ਵੇਵ ਹੋਊਗੀ। ਜਿਵੇਂ 6 ਹਰਟਜ਼ ਹੈ ਤਾਂ ਆਹ ਦੇਖੋ ਕਿੰਨੀ ਸਪੇਸ ਹੈ, ਇਹ 12 ਹਰਟਜ਼ ਹੈ, ਇਹ 25 ਹਰਟਜ਼ ਹੈ। ਤਾਂ ਕਹਿਣ ਦਾ ਮਤਲਬ ਜਿੰਨੀ ਵੱਧ ਫਰੀਕੁਐਂਸੀ, ਜਿੰਨੀਆਂ ਜ਼ਿਆਦਾ ਸਪੀਡ ਹੋਊਗੀ ਉਨੀ ਵੱਧ ਫਰੀਕੁਐਂਸੀਜ਼ ਹੋਣਗੀਆਂ। ਠੀਕ ਹੈ ਜੀ, ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਚੱਲਦੇ ਹਾਂ ਆਪਾਂ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਜੀ ਫੰਕਸ਼ਨ ਇਨ ਦਾ MS ਐਕਸਲ। ਇੱਥੋਂ ਯਾਦ ਆ ਗਿਆ ਜੀ, ਮੈਨੂੰ ਫੰਕਸ਼ਨ ਵਾਲੀ ਜਿਹੜੀ ਆਪਾਂ ਸੀਰੀਜ਼ ਸਟਾਰਟ ਕੀਤੀ ਉਹ ਵੀ ਅੱਧ ਵਿਚਕਾਰ ਪਈ ਹੈ। ਉਹੀ ਗੱਲ ਹੈ, ਮੈਂ ਕੱਲੀ ਤੇ ਮਲਾਜੇਦਾਰ ਬਾਲੇ, ਠੀਕ ਹੈ, ਤੇ ਮੈਂ ਕੱਲਾ ਇਹ ਕੰਮ ਜ਼ਿਆਦਾ ਹੈ, ਤੇ ਚਲੋ ਮੈਂ ਕੋਸ਼ਿਸ਼ ਹੈ ਵੀ ਫਿਰ ਵੀ ਤੁਹਾਨੂੰ ਬੈਸਟ ਟੂ ਬੈਸਟ ਪ੍ਰੋਵਾਈਡ ਕੀਤਾ ਜਾਵੇ ਫ੍ਰੀ ਆਫ ਕਾਸਟ। ਠੀਕ ਹੈ ਜੀ, ਫ੍ਰੀ ਆਫ ਕਾਸਟ ਤੁਹਾਨੂੰ ਵਧੀਆ ਚੀਜ਼ਾਂ ਦਿੱਤੀਆਂ ਜਾਣ, ਤਾਂ ਕਰਕੇ ਇਹ ਸੀਰੀਜ਼ ਚੱਲ ਰਹੀਆਂ ਨੇ। ਜਿੰਨਾ ਆ ਰਿਹਾ ਕਿਰਪਾ ਕਰਕੇ ਪਲੀਜ਼ ਅਸੈਪਟ ਕਰਿਓ, ਤੇ ਜੇ ਤੁਹਾਡੀ ਜਿਹੜੀਆਂ ਉਮੀਦਾਂ ਹੈਗੀਆਂ ਉੱਤੇ ਮੈਂ ਖਰਾ ਨਹੀਂ ਉਤਰਿਆ ਉਹਦੇ ਵਾਸਤੇ ਮਾਫੀ ਹੈ ਜੀ ਤੁਹਾਨੂੰ, ਤੁਹਾਡੇ ਅੱਗੇ ਹੱਥ ਜੋੜ ਕੇ। ਤਾਂ ਕਹਿੰਦਾ ਜੀ MS ਐਕਸਲ ਕਹਿੰਦਾ ਮਸਟ ਫੰਕਸ਼ਨ ਜਿਹੜੇ ਹੁੰਦੇ MS ਐਕਸਲ ਦੇ ਵਿੱਚ ਜਾਂ ਫਾਰਮੂਲਾਜ਼ ਕਹਿ ਲਓ, ਉਹ ਕਹਿੰਦਾ ਕਿਹੜੇ ਸਿੰਬਲ ਦੇ ਨਾਲ ਸਟਾਰਟ ਹੁੰਦੇ ਆ? ਤਾਂ ਰਾਜੇ ਹਮੇਸ਼ਾ ਉਹ ਇਕੁਅਲ ਟੂ ਸਿੰਬਲ ਦੇ ਨਾਲ ਸਟਾਰਟ ਹੁੰਦੇ। ਜੇ ਤੁਸੀਂ ਇਕੁਅਲ ਟੂ ਸਿੰਬਲ ਨਹੀਂ ਪਾਓਗੇ ਐਰਰ ਆਊਗੀ, ਤੇ ਇਹਨੂੰ ਕਹਿ ਦਿੰਦੇ ਆ ਜੀ ਇਕੁਅਲ ਟੂ ਸਿੰਬਲ। ਠੀਕ ਹੈ, ਤਾਂ ਨੈਕਸਟ ਚੱਲਦੇ ਆ ਜੀ ਆਪਾਂ। ਕਹਿੰਦਾ ਜੀ ਇਨ MS ਵਰਡ ਫॉर ਗੋਇੰਗ ਟੂ ਦਾ ਸਪੈਸੀਫਿਕ ਲੋਕੇਸ਼ਨ ਇਨ ਦਾ ਵਰਡ ਡਾਕੂਮੈਂਟ। ਹੁਣ ਰਾਜੇ ਤੁਸੀਂ ਜਿਹੜਾ ਤੁਹਾਡਾ ਬਰਾਊਜ਼ਰ ਹੈਗਾ, ਤੁਸੀਂ ਮੰਨ ਲਓ ਕੋਈ ਵੈਬਸਾਈਟ ਡੇਲੀ ਖੋਲਣੀ ਹੈ, ਤੁਸੀਂ ਉਹਨੂੰ ਸੇਵ ਕਰ ਸਕਦੇ ਆ ਥਰੂ ਦਾ ਬੁੱਕਮਾਰਕ। ਸੇਮ ਵੇ ਤੁਸੀਂ ਵਰਡ ਦੇ ਵਿੱਚ ਕੀ ਆ 10-15 ਲਾਈਨਾਂ ਲਿਖੀਆਂ, ਤੁਸੀਂ ਡਾਇਰੈਕਟ ਜੰਪ ਕਰਨਾ ਕਿਸੇ ਲਾਈਨ ਦੇ ਉੱਪਰ, ਆਪਾਂ ਨੂੰ ਬੁੱਕਮਾਰਕ ਦੇ ਵਿੱਚ ਕੀ ਕਰ ਲਾਂਗੇ? ਬੁੱਕਮਾਰਕ ਦਾ ਮਤਲਬ ਹੁੰਦਾ ਕਿ ਟਿਕ ਕਰ ਲਾਂਗੇ ਆਪਾਂ। ਜਿਵੇਂ ਤੁਸੀਂ ਮੰਨ ਲਓ ਕੋਈ ਨੋਟਸ ਤਿਆਰ ਕੀਤੇ, ਉਹਦੇ ਵਿੱਚ 2 ਪੁਆਇੰਟ ਜ਼ਿਆਦਾ ਇੰਪੋਰਟੈਂਟ ਸੀ, ਤੁਸੀਂ ਟਿਕ ਕਰ ਲਏ। ਸੇਮ ਵੇ ਤੁਸੀਂ ਡਾਕੂਮੈਂਟ ਕ੍ਰੀਏਟ ਕੀਤਾ, ਉਹਦੇ ਵਿੱਚ 2-3 ਲਾਈਨਾਂ ਤੁਹਾਡੀਆਂ ਕੀ ਸੀਗੀਆਂ? ਇੰਪੋਰਟੈਂਟ ਸੀਗੀਆਂ, ਤੁਸੀਂ ਉਹਨੂੰ ਕੀ ਕਰ ਲਿਆ? ਬੁੱਕਮਾਰਕ ਕਰ ਲਿਆ। ਤੁਸੀਂ ਡਾਇਰੈਕਟ ਕੀ ਉੱਥੇ ਜੰਪ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਕਲੀਅਰ ਹੈ ਬੁੱਕਮਾਰਕ ਯੂਜ਼ ਹੁੰਦਾ ਕਾਹਦੇ ਵਾਸਤੇ? ਟੂ ਗੋਇੰਗ ਸਪੈਸੀਫਿਕ ਲੋਕੇਸ਼ਨ ਇਨ ਦਾ ਵਰਡ ਡਾਕੂਮੈਂਟ। ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਹੁੰਦਾ ਕਿੱਥੇ ਰਾਜੇ, ਇਹ ਇਨਸਰਟ ਦੇ ਵਿੱਚ ਜਾ ਕੇ ਹੁੰਦਾ। ਦੇਖੋ ਇਨਸਰਟ ਦੇ ਵਿੱਚ ਜਾਓਗੇ, ਆਹ ਪਿਆ ਜੀ ਬੁੱਕਮਾਰਕ, ਕਰਕੇ ਦੇਖਿਓ, ਬੜੀਆਂ ਯੂਜ਼ਫੁਲ ਚੀਜ਼ਾਂ ਹੁੰਦੀਆਂ, ਆਪਾਂ ਕਰਦੇ ਨਹੀਂਗੇ ਲੇਕਿਨ ਆਪਣੇ ਵਾਸਤੇ ਹੈਲਪਫੁਲ ਹੁੰਦੀਆਂ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਇਨ MS ਵਰਡ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਸੈਂਸ਼ੀਅਲ ਕੰਪੋਨੈਂਟ ਟੂ ਪਰਫਾਰਮ ਏ ਮੇਲ ਮਰਜ। ਤਾਂ ਮੇਲ ਮਰਜ ਰਾਜੇ ਮੈਂ ਬਹੁਤ ਪ੍ਰੈਕਟੀਕਲ ਵੀ ਕਰਾਇਆ ਹੋਇਆ, ਥਿਓਰੈਟੀਕਲ ਵੀ ਕਰਾਇਆ ਹੈ। ਮੇਲ ਮਰਜ ਕੀ ਹੁੰਦੀ ਹੈ? ਮੰਨ ਲਓ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਆ ਵਿਆਹ ਦਾ ਕਾਰਡ ਹੈ। ਹੁਣ ਵਿਆਹ ਦਾ ਕਾਰਡ ਜਿਹੜਾ ਅੰਦਰ ਹੈਗਾ ਵੀ ਕਦੋਂ ਵਿਆਹ ਹੈ, ਕਿਹੜੇ ਮੁੰਡੇ ਦਾ ਵਿਆਹ ਹੈ, ਕਿਹੜੀ ਕੁੜੀ ਨਾਲ ਵਿਆਹ ਹੋਣਾ, ਸਾਰਾ ਕੁਝ ਸੇਮ ਹੈ। ਲੇਕਿਨ ਜੇ ਆਪਾਂ ਜਿਹੜਾ ਕਾਰਡ ਭੇਜਾਂਗੇ 2 ਡਿਫਰੈਂਟ ਬੰਦਿਆਂ ਨੂੰ ਭੇਜਾਂਗੇ, ਮੰਨ ਲਓ ਮਾਮੇ ਨੂੰ ਭੇਜਤਾ, ਫੁੱਫੜ ਨੂੰ ਭੇਜਤਾ, ਜੀਜੇ ਨੂੰ ਭੇਜਤਾ, ਦੋਸਤਾਂ ਨੂੰ ਭੇਜਤਾ, ਭੈਣ ਭਰਾਵਾਂ ਨੂੰ ਭੇਜਤਾ, ਜਿਹਨੂੰ ਮਰਜ਼ੀ ਭੇਜਤਾ, ਅੰਦਰਲਾ ਮਟੀਰੀਅਲ ਸੇਮ ਹੈ। ਤਾਂ ਸੇਮ ਮੰਨ ਲਓ ਕੋਈ ਡਾਕੂਮੈਂਟ ਸੇਮ ਹੈ, ਲੇਕਿਨ ਭੇਜਣਾ ਆਪਾਂ ਵੱਖਰੇ ਬੰਦਿਆਂ ਨੂੰ ਆ, ਤਾਂ ਵਰਡ ਆਪਾਂ ਨੂੰ ਇੱਕ ਫੈਸਿਲਿਟੀ ਪ੍ਰੋਵਾਈਡ ਕਰਦਾ ਮੇਲ ਮਰਜ ਦੀ। ਤਾਂ ਮੇਲ ਮਰਜ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਸੇਮ ਡਾਕੂਮੈਂਟ ਮਲਟੀਪਲ ਪਰਸਨ ਨੂੰ ਭੇਜ ਸਕਦੇ ਹਾਂ। ਤਾਂ ਹੁਣ ਉਹਦੇ ਕੀ ਹੁੰਦੇ ਨੇ? ਕੰਪੋਨੈਂਟ ਹੁੰਦੇ ਨੇ ਰਾਜੇ। ਉਹਦੇ ਵਿੱਚ ਡਾਟਾ ਸੋਰਸ ਵੀ ਯੂਜ਼ ਹੁੰਦਾ। ਹੁਣ ਡਾਟਾ ਸੋਰਸ ਕੀ ਹੁੰਦਾ ਮੈਂ ਤੁਹਾਨੂੰ ਦਿਖਾਉਣਾ। ਮੇਨ ਡਾਕੂਮੈਂਟ ਹੁੰਦਾ ਜਿਹਦੇ ਵਿੱਚ ਆਪਾਂ ਖੁਦ ਵੀ ਟਾਈਪ ਕਰ ਸਕਦੇ ਹਾਂ, ਕੋਈ ਟੈਂਪਲੇਟ ਵੀ ਯੂਜ਼ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਮੰਨ ਲਓ ਕਾਰਡ ਦਾ ਡਿਜ਼ਾਈਨ ਅੰਦਰ ਹੋਊਗਾ, ਉਹ ਡਿਜ਼ਾਈਨ ਤੁਸੀਂ ਤਿਆਰ ਵੀ ਕਰਵਾ ਸਕਦੇ ਹਾਂ, ਆਪਣੇ ਆਪ ਹੀ ਬਣਾ ਸਕਦੇ ਹਾਂ। ਮਰਜ ਫੀਲਡ ਵੀ ਹੁੰਦੀਆਂ ਨੇ, ਲੇਕਿਨ ਕੋਈ ਵਰਡ ਫੀਲਡ ਨਹੀਂ ਹੁੰਦੀਆਂ। ਕੋਈ ਵਰਡ ਫੀਲਡ ਨਹੀਂ ਹੁੰਦੀਆਂ। ਵਰਡ ਤਾਂ ਜਾਣ ਕੇ ਉਹਨੇ ਯੂਜ਼ ਕੀਤਾ ਤੁਹਾਨੂੰ ਕਨਫਿਊਜ਼ ਕਰਨ ਵਾਸਤੇ, ਉਹਨੇ ਨੋਟ ਪੁੱਛਿਆ ਤਾਂ ਇਹਦੇ ਵਿੱਚ ਵਰਡ ਆ ਜਾਊਗਾ। ਠੀਕ ਹੈ ਜੀ, ਹੁਣ ਤੁਹਾਨੂੰ ਮੈਂ ਦਿਖਾਉਣਾ ਡਾਟਾ ਸੋਰਸ। ਅੱਛਾ ਜੀ, ਪਹਿਲਾਂ ਤਾਂ ਆਪਾਂ ਦੇਖਦੇ ਹਾਂ ਜਿਹੜੀ ਮੇਲ ਮਰਜ ਦੀ ਆਪਸ਼ਨ ਹੁੰਦੀ ਹੈ ਰਾਜੇ, ਕਿੱਥੇ ਹੁੰਦੀ ਹੈ? ਇੱਕ ਮੇਲਿੰਗ ਟੈਬ ਹੁੰਦੀ ਹੈ, ਮੇਲਿੰਗ ਟੈਬ ਦੇ ਅੰਦਰ ਹੁੰਦੀ ਹੈ ਆ ਮੇਲ ਮਰਜ ਹੁੰਦਾ। ਆਪਾਂ ਕੁਝ ਵੀ ਲੈਟਰ, ਈਮੇਲ, ਐਨਵੈਲਪ, ਲੇਬਲ, ਡਾਇਰੈਕਟਰੀ, ਕੁਝ ਵੀ ਨਾਰਮਲ ਡਾਕੂਮੈਂਟ ਲੈਣਾ ਜਿਹਨੂੰ ਕਹਿ ਦਿੰਦੇ ਆਪਾਂ ਮੇਨ ਡਾਕੂਮੈਂਟ, ਆਪਾਂ ਕੁਝ ਵੀ ਲੈ ਸਕਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਜਿਵੇਂ ਮੰਨ ਲਓ ਕਿਸੇ ਨੂੰ ਵਿਆਹ ਦਾ ਕਾਰਡ ਭੇਜਣਾ, ਆਪਾਂ ਲਿਸਟ ਬਣਾ ਲੈਂਦੇ ਹਾਂ ਵੀ ਆਪਾਂ ਕਿੰਨੇ ਕਾਰਡਸ ਪਾਉਣੇ ਆ, ਕਿੰਨੇ ਬੰਦੇ, ਮੰਨ ਲਓ 50 ਬੰਦੇ ਆ, 10 ਬੰਦੇ, ਆਪਾਂ ਉਹਨਾਂ ਦਾ ਨਾਮ, ਤਾਂ ਜਿਹਨਾਂ ਨੂੰ ਆਪਾਂ ਮੇਲ ਭੇਜਣੀ ਆ ਤਾਂ ਆਪਾਂ ਉਹਨਾਂ ਦਾ ਨਾਮ, ਟਾਈਟਲ, ਫਸਟ ਨੇਮ, ਲਾਸਟ ਨੇਮ, ਆਪਾਂ ਈਮੇਲ, ਫੋਨ ਨੰਬਰ ਜੋ ਵੀ ਲੈਣਾ ਆਪਾਂ ਲੈ ਸਕਦੇ। ਇਹਨੂੰ ਕਹਿ ਦਿੰਦੇ ਆ ਡਾਟਾ ਸੋਰਸ। ਇਹਨੂੰ ਕੀ ਕਹਿ ਦਿੰਦੇ ਆ? ਡਾਟਾ ਸੋਰਸ। ਠੀਕ ਹੈ, ਇਹਨੂੰ ਆਪਾਂ ਲਿੰਕ ਕਰਦੇ ਹਾਂ ਬਾਅਦ ਦੇ ਵਿੱਚ। ਅੱਛਾ ਜੀ, ਇਨਸਰਟ ਮੇਲ ਫੀਲਡ। ਹੁਣ ਜਦੋਂ ਆਪਾਂ ਜਿਹੜਾ ਡਾਟਾ ਸੋਰਸ ਉਹਦੇ ਵਿੱਚੋਂ ਤੁਹਾਡੀ ਮਰਜ਼ੀ ਹੁੰਦੀ ਹੈ ਵੀ ਤੁਸੀਂ ਫਸਟ ਨੇਮ ਲੈਣਾ ਹੈ, ਈਮੇਲ ਲੈਣੀ ਹੈ ਕਿ ਸਾਰੇ ਲੈਣੇ ਆ। ਤਾਂ ਆਪਣੇ ਕੋਲ ਇੱਕ ਲਿਸਟ ਆ ਜਾਂਦੀ ਹੈ। ਮੰਨ ਲਓ ਇਹਦੇ ਵਿੱਚ ਮੈਂ ਸਿਲੈਕਟ ਕਰ ਲਵਾਂਗਾ ਫਸਟ ਨੇਮ, ਲਾਸਟ ਨੇਮ, ਠੀਕ ਹੈ ਜੀ, ਸਿਟੀ, ਸਟੇਟ, ਜੋ ਵੀ ਤੁਸੀਂ ਲਗਾਉਣਾ ਉਸ ਡਾਕੂਮੈਂਟ ਦੇ ਵਿੱਚ ਲਗਾ ਸਕਦੇ ਆ। ਠੀਕ ਹੈ ਜੀ, ਤਾਂ ਇੱਕ ਪੁੱਛਿਆ ਜਾਂਦਾ ਹੁੰਦਾ ਵੀ ਇਹਦਾ ਜਿਹੜਾ ਸਿੰਟੈਕਸ ਕੀ ਹੁੰਦਾ ਹੈ। ਤਾਂ ਐਡ ਕਰਨ ਦਾ ਸਿੰਟੈਕਸ ਇਦਾਂ ਹੁੰਦਾ ਰਾਜੇ, ਇਸ ਤਰ੍ਹਾਂ ਲਿਖਿਆ ਜਾਂਦਾ। ਜੇ ਮੰਨ ਲਓ ਮੈਂ ਫਸਟ ਨੇਮ ਐਡ ਕਰਨਾ ਤਾਂ ਇਸ ਤਰ੍ਹਾਂ ਲਿਖਿਆ ਜਾਊਗਾ ਫਸਟ ਨੇਮ। ਤਾਂ ਇਹ ਸਿੰਬਲ ਯੂਜ਼ ਹੁੰਦਾ। ਇਹ ਮੈਨੂੰ ਲੱਗਦਾ ਕਿਸੇ ਨਾ ਕਿਸੇ P++ ਬੋਰਡ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ। ਆਹ ਬ੍ਰੈਕਟਸ ਯੂਜ਼ ਹੁੰਦੀਆਂ ਡਬਲ। ਠੀਕ ਹੈ ਜੀ, ਲੈਸ ਦੈਨ ਵਾਲੀ ਡਬਲ ਬ੍ਰੈਕਟ ਤੇ ਇਹ ਡਬਲ ਬ੍ਰੈਕਟ। ਠੀਕ ਹੈ ਜੀ, ਕਲੀਅਰ ਹੈ। ਇਹਨੂੰ ਐਂਗੂਲਰ ਬ੍ਰੈਕਟ ਵੀ ਕਹਿ ਦਿੰਦੇ ਆ। ਚਲੋ ਜੀ ਅੱਗੇ ਚੱਲਦੇ ਆਪਾਂ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਡਿਵਾਈਸ ਕੈਨ ਯੂਜ਼ ਟੂ ਡਾਇਰੈਕਟਲੀ ਇਨਪੁਟ ਪ੍ਰਿੰਟਡ ਟੈਕਸਟ।
ਤਾਂ ਕਿਹੜੀ ਡਿਵਾਈਸ ਹੈ ਜਿਹੜੀ ਡਾਇਰੈਕਟਲੀ ਇਨਪੁਟ ਕਰਦੀ ਹੈ ਪ੍ਰਿੰਟਡ ਟੈਕਸਟ ਨੂੰ। ਹੁਣ ਕਈਆਂ ਨੂੰ ਭੁਲੇਖਾ ਪਊਗਾ MICR, ਕਿਉਂਕਿ OMR ਤਾਂ ਨਹੀਂ ਹੋ ਸਕਦੀ, ਕਿਉਂਕਿ OMR ਤਾਂ ਕੀ ਕਰਦੀ ਹੈ, ਬਬਲਸ ਨੂੰ ਕਰਦੀ ਹੈ, ਫਿਲ ਇਨ ਬਬਲ ਨੂੰ ਕਰਦੀ ਹੈ। ਠੀਕ ਹੈ, ਬੋਥ ਨੂੰ ਗਲਤ ਹੋ ਗਿਆ, ਕਿਉਂਕਿ ਜਿਹੜਾ MICR ਆ ਉਹ ਚੈੱਕ ਨੂੰ ਕਰਦਾ ਹੈ। ਠੀਕ ਹੈ, ਚੈੱਕ ਜਿਹੜੇ ਹੁੰਦੇ ਆ, ਜਿਹੜੇ ਮੈਗਨੈਟਿਕ ਇੰਕ ਨਾਲ ਲਿਖੇ ਜਾਂਦੇ ਆ ਚੈੱਕ ਬੈਂਕਾਂ ਦੇ ਵਿੱਚ, ਉਹਨੂੰ ਰੀਡ ਕਰਦਾ ਹੈ। ਬਟ ਜਿਹੜਾ OCR ਹੁੰਦਾ, ਜਿਹਨੂੰ ਕਹਿ ਦਿੰਦੇ ਆ ਆਪਟੀਕਲ ਕਰੈਕਟਰ ਰੀਡਰ ਵੀ ਕਹਿ ਦਿੰਦੇ ਆ, ਆਪਟੀਕਲ ਕਰੈਕਟਰ ਰੈਕੋਗਨੀਸ਼ਨ ਵੀ ਕਹਿ ਦਿੰਦੇ ਆ, ਰਿਕੋਗਨੀਸ਼ਨ ਵੀ ਕਹਿ ਦਿੰਦੇ ਆ। ਠੀਕ ਹੈ, ਤਾਂ ਇਹ ਬੇਸਿਕਲੀ ਕੀ ਕਰਦਾ, ਡਾਇਰੈਕਟਲੀ ਜੇ ਕੋਈ ਵੀ ਟੈਕਸਟ ਹੈ ਉਹਨੂੰ ਕੀ ਕਰਦਾ, ਆਪਾਂ ਉਹਨੂੰ ਕੀ ਹੈ ਸੌਫਟ ਕਾਪੀ ਵਿੱਚ ਕਨਵਰਟ ਕਰ ਸਕਦੇ ਹਾਂ। ਜਿਵੇਂ ਹੁਣ ਸਕੈਨਰ ਹੈ, ਸਕੈਨਰ ਤਾਂ ਕੀ ਕਰੂਗਾ, ਪੂਰੀ ਦੀ ਪੂਰੀ ਬੁੱਕ ਦਾ ਇੱਕ ਪੇਜ ਸਕੈਨ ਕਰੂਗਾ, ਪਰ ਪੇਜ ਦੇ ਵਿੱਚੋਂ ਆਪਾਂ ਸਿਰਫ ਇੱਕ ਲਾਈਨ ਕਰਨੀ ਹੈ, ਇੱਕ ਪੈਰਾਗ੍ਰਾਫ ਕਰਨਾ, ਤਾਂ ਉਹਨੂੰ OCR ਦੀ ਹੈਲਪ ਨਾਲ ਕਰ ਸਕਦੇ ਹਾਂ। OCR ਕੀ ਹੁੰਦਾ ਰਾਜੇ, ਆ ਪਿਆ OCR, ਮੰਨ ਲਓ ਪੂਰੀ ਬੁੱਕ ਹੈ, ਬੁੱਕ ਦੇ ਵਿੱਚੋਂ ਇੱਕ ਪੇਜ, ਇੱਕ ਇਮੇਜ ਨੂੰ ਆਪਾਂ ਕਰਨਾ ਹੈ, ਤਾਂ ਉਹਦੇ ਵਾਸਤੇ ਵਰਤਿਆ ਜਾਂਦਾ ਜੀ OCR। ਠੀਕ ਹੈ ਜੀ, ਫੁੱਲ ਫਾਰਮ ਵੀ ਯਾਦ ਰੱਖ ਲਿਓ। ਠੀਕ ਹੈ ਜੀ, ਆਪਟੀਕਲ ਕਰੈਕਟਰ ਰਿਕੋਗਨਾਈਜੇਸ਼ਨ। ਠੀਕ ਹੈ ਜੀ, ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਵੱਲ। ਕਹਿੰਦਾ ਜੀ ਆਲ ਆਫ ਦਾ ਫੋਲੋਇੰਗ ਆਰ ਦਾ ਐਗਜ਼ਾਮਪਲ ਆਫ ਦਾ ਰੀਅਲ ਸਿਕਿਉਰਿਟੀ ਐਂਡ ਪ੍ਰਾਈਵੇਸੀ ਰਿਸਕ ਐਕਸੈਪਟ। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ, ਜਿਹੜੇ ਹੈਕਰ ਹੁੰਦੇ ਆ ਇਹ ਵੀ ਇੱਕ ਤਰ੍ਹਾਂ ਦਾ ਸਿਕਿਉਰਿਟੀ ਰਿਸਕ ਹੈ, ਵਾਇਰਸ ਵੀ ਇੱਕ ਤਰ੍ਹਾਂ ਦਾ ਸਿਕਿਉਰਿਟੀ ਰਿਸਕ ਹੈ, ਆਪਣੀ ਕੋਈ ਆਇਡੈਂਟੀਟੀ ਚੋਰੀ ਕਰ ਲਵੇ ਇਹ ਵੀ ਰਿਸਕ ਹੈ। ਲੇਕਿਨ ਜਿਹੜੇ ਸਪੈਮ ਮੈਸੇਜ ਹੁੰਦੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਨਵਾਂਟਿਡ ਅਨਸੋਲੀਕੇਟਿਡ, ਇਹ ਉਹ ਮੈਸੇਜ ਹੁੰਦੇ ਜਿਹੜੇ ਕਿ ਜਿਵੇਂ ਐਡ ਪਰਪਸ ਵਾਸਤੇ ਆਪਣੇ ਕੋਲੇ ਆਉਂਦੇ ਰਹਿੰਦੇ ਆ, ਹਨਾ। ਕੋਈ ਕੰਪਨੀ ਆਪਣੀ ਐਡ ਕਰਦੀ ਹੈ, ਕੋਈ ਕੰਪਨੀ ਆਪਣੀ ਸੇਲ ਕਰਨ ਵਾਸਤੇ ਮਾਰਕੀਟਿੰਗ ਕਰਦੀ ਹੈ, ਬਟ ਇਹਦੇ ਵਿੱਚ ਕੋਈ ਸਿਕਿਉਰਿਟੀ ਰਿਸਕ ਨਹੀਂ ਹੁੰਦਾਗਾ। ਤਾਂ ਸਪੈਮ ਮੈਸੇਜ ਤੁਹਾਡਾ ਸਪੈਮ ਫੋਲਡਰ ਵੀ ਹੁੰਦਾ, ਮੇਲ ਦੇ ਵਿੱਚ ਜਾ ਕੇ ਦੇਖ ਲਿਓ। ਤਾਂ ਲਾਸਟ ਕੁਐਸਚਨ ਹੈ ਜੀ MICR ਸਟੈਂਡਸ ਫॉर। ਤਾਂ MICR ਜਿਹੜਾ ਬੇਟਾ ਹੈਗਾ, ਇੱਥੇ ਅਕੋਰਡਿੰਗ ਟੂ ਆਪਸ਼ਨ ਜਿਹੜਾ ਇਹਦਾ ਆਨਸਰ ਬਣਦਾ ਮੈਗਨੈਟਿਕ ਇੰਕ ਕਰੈਕਟਰ ਰੀਡਰ। ਮੈਗਨੈਟਿਕ ਇੰਕ ਕਰੈਕਟਰ ਰੀਡਰ ਬਣਦਾ, ਬਟ ਇਹਨੂੰ ਕਈ ਜਗ੍ਹਾ ਤੇ ਆਪਾਂ ਕੀ ਦੇਖੋ, ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਦਾ MICR ਹੁੰਦਾ ਕੀ ਹੈ। ਆਹ ਹੁੰਦੀ ਹੈ ਰਾਜੀ ਡਿਵਾਈਸ ਜਿਹੜੀ ਕਿ ਚੈੱਕ ਨੂੰ ਰੀਡ ਕਰਦੀ ਹੈ। ਜਿਵੇਂ ਬਲਕ ਦੇ ਵਿੱਚ ਆਪਣੇ ਕੋਲ ਚੈੱਕ ਹੈ, 100-200 ਚੈੱਕ ਹੈ, ਚੈੱਕ ਨੰਬਰ ਰੀਡ ਕਰਦਾ, ਇਹ ਬੈਂਕ ਦਾ ਨੰਬਰ ਰੀਡ ਕਰਦਾ, ਪਲੱਸ ਇੱਕ ਨੰਬਰ ਹੋਰ ਰੀਡ ਕਰਦਾ। ਤਾਂ ਕਹਿਣ ਦਾ ਮਤਲਬ ਚੈੱਕ ਨੂੰ ਪ੍ਰੋਸੈਸ ਕਰਨ ਵਾਸਤੇ ਵਰਤਿਆ ਜਾਂਦਾ ਹੈ। ਬਟ ਕਈ ਜਗ੍ਹਾ ਤੇ ਨਾ MICR ਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਰਾਜੇ, ਜਿਹੜੀ ਹੈਗੀ ਉਹ ਹੁੰਦੀ ਹੈ ਮੈਗਨੈਟਿਕ ਇੰਕ ਕਰੈਕਟਰ ਰੈਕੋਗਨੀਸ਼ਨ। ਹੁਣ ਪੰਗਾ ਕੀ ਪੈ ਗਿਆ, ਵੈਸੇ ਅੱਜ ਤੱਕ ਕਦੇ ਵੀ ਦੋ ਆਪਸ਼ਨਾਂ ਇਕੱਠੀਆਂ ਨਹੀਂ ਆਈਆਂ ਗਈਆਂ। ਠੀਕ ਹੈ, ਕਿਉਂਕਿ ਆਬਜੈਕਸ਼ਨ ਦੇ ਵਿੱਚ ਚਲਾ ਜਾਂਦਾ ਕੁਐਸਚਨ, ਬਟ ਜੇਲ ਵਾਰਡਨ ਦੇ ਵਿੱਚ ਆ ਗਿਆ ਸੀਗਾ, ਤਾਂ ਉੱਥੇ ਜੇ ਬੈਸਟ ਆਨਸਰ ਬਣਦਾ ਉਹ ਰਾਜੇ ਉਹ ਇਹ ਬਣਦਾ ਵੀ ਟ੍ਰਿਪਲਸ ਬੋਰਡ ਨੇ ਇਹ ਆਨਸਰ ਠੀਕ ਕੀਤਾ ਸੀਗਾ। ਤਾਂ ਬਿਲਕੁਲ ਠੀਕ ਹੈ ਰਾਜੇ, ਰੀਡਰ ਕੀ ਹੋ ਗਿਆ, ਇੱਕ ਤਰ੍ਹਾਂ ਦਾ ਉਹ ਡਿਵਾਈਸ ਹੋ ਗਈ ਜਿਹੜੀ ਕਿ ਉਹਨੂੰ ਰੀਡ ਕਰਦੀ ਹੈ। ਲੇਕਿਨ ਜਿਹੜੀ ਟੈਕਨੋਲੋਜੀ ਹੈ, ਜਿਹੜਾ ਪ੍ਰੋਸੈਸ ਉਹਨੂੰ ਆਪਾਂ ਕਵਾਂਗੇ ਮੈਗਨੈਟਿਕ ਇੰਕ ਕਰੈਕਟਰ ਰਿਕੋਗਨਾਈਜੇਸ਼ਨ। ਠੀਕ ਹੈ ਜੀ, ਤਾਂ ਆਈ ਹੋਪ ਤੁਹਾਨੂੰ ਅੱਜ ਦੇ ਸਾਰੇ ਜਿਹੜੇ ਹੈਗੇ ਆ ਇਹ ਕਲੀਅਰ ਹੋ ਗਏ ਹੋਣਗੇ। ਕੁਐਸਚਨ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਮਹੱਤਵਪੂਰਨ ਕੁਐਸਚਨ ਸੀਗੇ, ਤੇ ਪਲੀਜ਼ ਤੁਸੀਂ ਇਸ ਚੈਨਲ ਨੂੰ ਜਰੂਰ, ਇਸ ਵੀਡੀਓ ਨੂੰ ਵੀ ਲਾਈਕ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਤੇ ਹੋਰਾਂ ਬੱਚਿਆਂ ਤੋਂ ਵੀ ਸਬਸਕ੍ਰਾਈਬ ਕਰਾਓ ਤਾਂ ਜੋ ਹੋਰਾਂ ਦਾ ਵੀ ਭਲਾ ਹੋ ਸਕੇ। ਠੀਕ ਹੈ ਜੀ, ਤਾਂ ਇੱਕ ਚੀਜ਼ ਮੈਂ ਜਾਂਦਿਆਂ ਦੀ ਦੱਸ ਕੇ ਜਾਣਾ ਚਾਹੁੰਦਾ, ਵੈਸੇ ਦੇਖੋ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਤਾਂ ਆਪਾਂ ਫ੍ਰੀ ਦੇ ਵਿੱਚ ਵੀ ਸਾਰਾ ਕੁਝ ਕਰਾ ਰੱਖਿਆ, ਬਟ ਥੋੜੀ ਜਾਣਕਾਰੀ ਵਾਸਤੇ ਦੱਸਣਾ ਪੈਂਦਾ, ਕਿਉਂਕਿ ਕਈ ਬੱਚੇ ਮੈਨੂੰ ਪੁੱਛਦੇ ਆ ਪਰਸਨਲੀ, ਬਹੁਤ ਮੈਸੇਜ ਕਰਦੇ ਸਰ ਜੀ ਕੋਈ ਬੈਚ ਲਾਂਚ ਕਰ ਦਿਓ। ਤਾਂ ਮੈਂ ਆਲਰੇਡੀ ਇੱਕ ਬੈਚ ਲਾਂਚ ਕੀਤਾ ਹੋਇਆ ਰਾਜੇ ਕੰਪਿਊਟਰ ਦਾ। ਕਈ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਇਹ ਬੈਚ ਪੰਜਾਬੀ ਦੇ ਵਿੱਚ ਸਪੈਸ਼ਲ ਮੈਂ ਲਾਂਚ ਕੀਤਾ, ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ। ਇਹ ਹੈਗਾ ਜੀ ਕੰਪਿਊਟਰ ਮਾਸਟਰ ਬੈਚ। ਇਸ ਬੈਚ ਦੇ ਵਿੱਚ ਗਾਰੰਟੀ ਇਹ ਲਈ ਗਈ ਹੈ ਕਿ ਇਹਦੇ ਜਦੋਂ ਇਹ ਬੈਚ ਤੁਸੀਂ ਪੜ੍ਹ ਲਓਗੇ, ਇਹਦੇ ਵਿੱਚ ਥਿਊਰੀ ਪਲੱਸ MCQ ਕਰਾਏ ਜਾਣਗੇ, ਕੰਪਲੀਟ ਥਿਊਰੀ 101% ਲੈਵਲ ਦੀ। ਇਹਦੇ ਬੈਚ ਪੜ੍ਹਨ ਤੋਂ ਬਾਅਦ ਤੁਸੀਂ ਪੰਜਾਬ ਦਾ ਕੋਈ ਪੇਪਰ ਚੱਕ ਲਓ, ਕੰਪਿਊਟਰ ਤੁਹਾਨੂੰ ਉਸ ਤੋਂ ਬਾਹਰ ਨਹੀਂ ਮਿਲੂਗਾ, ਚਾਹੇ ਕੋਈ ਸਬ ਇੰਸਪੈਕਟਰ ਪੇਪਰ ਹੋਵੇ, ਚਾਹੇ TCS ਲੈ ਰਹੀ ਹੈ, ਚਾਹੇ PTPLS ਬੋਰਡ ਲੈ ਰਿਹਾ, ਚਾਹੇ ਕੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੈ ਰਹੀ ਹੈ, ਜਿਹੜਾ ਕੋਈ ਮਰਜ਼ੀ ਲੈ ਰਿਹਾ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਕੰਪਲੀਟ ਥਿਊਰੀ ਪਲੱਸ MCQ ਕਰਾਂਗੇ। ਇਹਦਾ ਰੇਟ ਜਿਹੜਾ ਹੈਗਾ ਰਾਜੇ ਐਪ ਤੇ ਤੁਸੀਂ ਦੇਖ ਸਕਦੇ ਹੋ ਰਾਜੇ, ਐਪ ਦਾ ਜਿਹੜਾ ਲਿੰਕ ਹੈਗਾ ਉਹ ਆਪਾਂ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ, ਐਪ ਡਾਊਨਲੋਡ ਕਰ ਲਓ ਤੇ ਤੁਹਾਨੂੰ ਫ੍ਰੀ ਕਰੰਟ ਅਫੇਅਰ ਦੀ ਵੀ PDF ਮਿਲਦੀ ਹੈ, ਤੇ ਜਿਹੜਾ ਆਹ ਮੈਂ ਤੁਹਾਨੂੰ ਕਰਾ ਰਿਹਾ ਇਹਦੀ ਵੀ ਫ੍ਰੀ ਮਿਲਦੀ ਹੈ। ਠੀਕ ਹੈ, ਇਹ ਜਿਹੜੇ ਮੈਂ ਕਰਾ ਰਿਹਾ ਨਾ ਕੁਐਸਚਨ, ਇਹਨਾਂ ਦੀ ਵੀ PDF ਤੁਹਾਨੂੰ ਮਿਲ ਜੂਗੀ, ਉੱਥੇ ਸਟੱਡੀ ਮਟੀਰੀਅਲ ਨਾਂ ਦੀ ਟੈਬ ਹੈ, ਉੱਥੇ ਜਾ ਕੇ ਤੁਹਾਨੂੰ ਮਿਲ ਜੂਗੀ। ਤਾਂ ਪਲੀਜ਼ ਤੁਹਾਨੂੰ ਸਾਰਾ ਕੁਝ ਫ੍ਰੀ ਵੀ ਮਿਲ ਰਿਹਾ ਤੇ ਕੁਝ ਚੀਜ਼ਾਂ ਪੇਡ ਵੀ ਹੈ, ਕਿਉਂਕਿ ਬੇਟੇ ਹਰ ਇੱਕ ਚੀਜ਼ ਫ੍ਰੀ ਨਹੀਂ ਹੁੰਦੀ, ਹਰ ਇੱਕ ਚੀਜ਼ ਪੇਡ ਨਹੀਂ ਹੁੰਦੀ, ਕਿਉਂਕਿ ਆਪਾਂ ਵੀ ਜਵਾਕ ਪਾਲਣੇ ਨੇ, ਹਨਾ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਤੇ ਪੰਜਾਬ ਜੀਕੇ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਦਿੰਦੇ ਰਹੋ ਬੇਟਾ, ਆਪਾਂ ਸਾਥ ਮਿਲ ਕੇ ਇਸ ਵਾਰੀ ਕੀ ਆਪਣਾ ਮਿਸ਼ਨ ਸਰਕਾਰੀ ਨੌਕਰੀ 2022 ਪੂਰਾ ਕਰਨਾ, ਤੇ ਵੱਧ ਤੋਂ ਵੱਧ ਬੱਚੇ ਆਪਾਂ ਕੀ ਕਰਨੇ ਨੇ, ਸਿਲੈਕਟ ਕਰਾਉਣੇ ਨੇ, ਤੇ ਤੁਸੀਂ ਹੋਣਾ ਸਿਲੈਕਟ। ਤਾਂ ਸ਼ੁਕਰੀਆ ਜੀ, ਧੰਨਵਾਦ।